ਸਤਿ ਸ਼੍ਰੀ ਅਕਾਲ ਜੀ, मैं हाँ रणबीर सिंह राणा ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਬਹਿਸ ਛਿੜੀ ਹੋਈ ਹੈ। ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜਿੱਥੇ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਅਤੇ तमाम ਵਿਰੋਧੀ ਧਿਰਾਂ ਕਾਂਗਰਸ ਸਰਕਾਰ ਤੇ ਸਵਾਲ ਚੁੱਕ ਰਹੀਆਂ ਨੇ ਕਿ 121 ਮੌਤਾਂ ਲਈ ਜ਼ਿੰਮੇਵਾਰ ਕੌਣ ਹੈ, ਦੋਸ਼ੀਆਂ ਨੂੰ ਫੜਿਆ ਜਾਵੇ। ਉੱਥੇ ਕਾਂਗਰਸ ਦੇ ਹੀ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਬਕਾ ਪ੍ਰਧਾਨ ਵੀ ਰਹੇ ਨੇ ਕਾਂਗਰਸ ਦੇ, ਉਹ ਵੀ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਨੇ ਲਗਾਤਾਰ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੇ ਵਿੱਚ ਵੱਡੀਆਂ ਮੱਛੀਆਂ ਨੂੰ ਬਚਾਇਆ ਜਾ ਰਿਹਾ ਹੈ। ਸੋ ਇਸੇ ਨੂੰ ਲੈ ਕੇ ਸੁਨੀਲ ਜਾਖੜ ਜਿਹੜੇ ਮੌਜੂਦਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਦਿੱਲੀ ਦਰਬਾਰ ਤੱਕ ਇਹ ਮਾਮਲਾ ਪਹੁੰਚ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ। ਤੇ ਅੱਜ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼ਮਸ਼ੇਰ ਸਿੰਘ ਦੂਲੋਂ ਮੌਜੂਦ ਨੇ। ਦੂਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਤੁਹਾਡਾ ਵੀ ਸਵਾਗਤ ਹੈ ਜੀ, ਸਭ ਨੂੰ ਸਤਿ ਸ੍ਰੀ ਅਕਾਲ। ਦੂਲੋਂ ਸਾਹਿਬ, ਕਾਰਨ ਕੀ ਹੈ ਜਿਹੜੀ ਮੁੱਦਾ ਤੁਸੀਂ ਚੁੱਕ ਰਹੇ ਹੋ ਜ਼ਹਿਰੀਲੀ ਸ਼ਰਾਬ ਦਾ? ਵਿਰੋਧੀ ਧਿਰਾਂ ਚੁੱਕਦੀਆਂ ਨੇ, ਪਰ ਤੁਹਾਡੀ ਕਾਂਗਰਸ ਪਾਰਟੀ ਨਾਲ ਤੁਸੀਂ ਸੰਬੰਧਿਤ ਹੋ, ਕਾਂਗਰਸ ਦੀ ਹੀ ਸਰਕਾਰ ਹੈ, ਕੀ ਇਹ ਸਹੀ ਹੈ? ਕਾਂਗਰਸ ਪਾਰਟੀ ਇਸ ਗੱਲ ਨੂੰ ਅਲਾਉ ਨਹੀਂ ਕਰਦੀ ਕਿ ਕਾਂਗਰਸ ਦੇ ਲੀਡਰ ਸ਼ਰਾਬਾਂ ਵੇਚਣ, ਜੀ, ਜ਼ਹਿਰ ਵੇਚਣ, ਸਮਗਲਿੰਗ ਕਰਨ ਜਾਂ ਡਿਫਰੈਂਟ ਟਾਈਪ ਦੇ ਮਾਫੀਆ ਦੇ ਵਿੱਚ ਇਨਵੋਲਵ ਹੋਣ। ਇਹ ਕਾਂਗਰਸ ਦਾ ਕਲਚਰ ਨਹੀਂ ਹੈ। ਕਾਂਗਰਸ ਪਾਰਟੀ ਕਦੇ ਅਲਾਉ ਨਹੀਂ ਕਰੇਗੀ। ਔਰ ਅਫਸੋਸ ਹੈ ਕਿ ਕਾਂਗਰਸ ਪਾਰਟੀ 'ਚ ਇਸ ਟਾਈਪ ਦਾ ਐਲੀਮੈਂਟ ਆ ਗਿਆ ਜਿਹੜੇ ਪ੍ਰੋਫੈਸ਼ਨਲ ਨੇ, ਜਿਨ੍ਹਾਂ ਨੇ ਸਿਆਸਤ ਨੂੰ ਸੇਵਾ ਦੀ ਬਜਾਏ ਬਿਜ਼ਨਸ ਬਣਾ ਲਿਆ। ਔਰ ਇਹਨਾਂ ਦਾ ਪਾਰਟੀ ਦੇ ਵਿੱਚ ਰੋਲ ਕੋਈ ਨਹੀਂ ਜੀ। ਜਿਹੜੇ ਇਹ ਲੋਕ ਨੇ, ਨਾ ਤਾਂ ਇਹਨਾਂ ਦੀ ਕੋਈ ਕੁਰਬਾਨੀ ਹੈ, ਨਾ ਪਾਰਟੀ 'ਚ ਕਦੇ ਕੋਈ ਕੰਮ ਕੀਤਾ ਹੈ, ਨਾ ਗ੍ਰਾਸ ਰੂਟ 'ਤੇ ਕੰਮ। ਨਹੀਂ, ਕੌਣ ਨੇ? ਇਹ ਮੈਨੇਜਮੈਂਟ ਕਰਕੇ ਆ ਗਏ। ਐਮਪੀ ਨੇ, ਐਮਐਲਏ ਨੇ, ਮਿਨਿਸਟਰ ਨੇ, ਕੌਣ ਨੇ? ਤਕਰੀਬਨ ਮੈਜੋਰਟੀ ਐਸੇ ਨੇ, ਮੈਜੋਰਟੀ ਐਸੇ ਨੇ। ਅੱਧੀ ਕੈਬਨਿਟ ਤਾਂ ਕੋਈ ਪੀਪੀ 'ਚੋਂ ਆਇਆ, ਕੋਈ ਹਾਥੀ ਵਾਲੇ 'ਚੋਂ ਆਇਆ, ਕੋਈ ਹਾਥੀ ਤੋਂ ਅਕਾਲੀ ਦਲ ਤੋਂ ਪੀਪੀ ਤੋਂ ਕਾਂਗਰਸ। 9 ਮੰਤਰੀ 18  ਚੋਂ ਇਹੋ ਜਿਹੀ ਨਹੀਂ। ਪਰ ਦੁੱਲੋ ਸਾਹਿਬ, ਸਵਾਲ ਇਹ ਹੈ ਕਿ ਤੁਸੀਂ ਕਹਿ ਦਿੰਦੇ ਹੋ, ਪਿੱਛੇ ਜੇ ਤੁਹਾਡਾ ਬਿਆਨ ਆਇਆ ਕਿ 70% ਕਾਂਗਰਸ ਦੇ ਵੱਡੇ ਲੀਡਰ ਜਿਹੜੇ ਨੇ ਇਹਨਾਂ ਮਾਫੀਆ ਦੇ ਵਿੱਚ ਇਨਵੋਲਵ ਨੇ। ਦੇਖੋ, ਇਹ ਜਿਹੜਾ ਨੈਕਸਸ ਹੈ ਇੱਕ ਜੀ, ਇਹ ਰੈਕੋਰਡ ਸਮਝ ਲਓ। ਇਸ ਜੋ ਮਾਫੀਆ 'ਚ ਕਾਂਗਰਸੀ ਅਕਾਲੀ ਵੀ ਵਿੱਚ ਹੈ ਇਹਦੇ 'ਚ। ਇਹ 'ਚ ਆਪਾਂ ਇਹ ਨਹੀਂ ਕਹਿ ਸਕਦੇ ਹੋਰ ਪਾਰਟੀਆਂ ਦੇ ਵੀ ਬੰਦੇ ਹੈ, ਇਕੱਲੇ ਕਾਂਗਰਸ ਹੀ ਨਹੀਂ ਹੈ। ਨਹੀਂ, ਪਰ ਤੁਸੀਂ ਕਾਫੀ ਮੈਂ ਪੋਲੀਟੀਕਲ ਲੋਕ ਕਹਿਣਾ ਜੀ ਜੀ ਜੀ, ਉਹ ਰੂਲਿੰਗ ਪਾਰਟੀ ਦੇ ਵੀ ਹੈ, ਆਪੋਜੀਸ਼ਨ ਦੇ ਵੀ ਹੈ। ਨਹੀਂ, ਤੁਸੀਂ 70 ਦੇਖੋ, 70% ਤਾਂ ਬਹੁਤ ਵੱਡਾ ਹੋ ਗਿਆ ਨਾ, ਫਿਗਰ ਬਹੁਤ ਵੱਡੀ ਹੈ। ਤਾਂ ਹੀ ਤਾਂ ਬੋਲਦੇ ਨਹੀਂ। ਇਹਨਾਂ ਦੇ ਆਪਣੇ ਇੰਟਰਸਟ ਹੈ, ਕੋਈ ਕਿਤੇ ਇਨਵਾਲਵ ਹੈ, ਕੋਈ ਕਿਤੇ ਇਨਵਾਲਵ ਹੈ। ਡਿਫਰੈਂਟ ਟਾਈਪ ਦਾ ਮਾਫੀਆ ਸਰਗਰਮ ਹੈ ਪੰਜਾਬ 'ਚ। ਡਿਫਰੈਂਟ ਟਾਈਪ ਦਾ ਮਾਈਨਸ ਮਾਫੀਆ, ਸ਼ਰਾਬ ਮਾਫੀਆ, ਕੌਣ ਕਰਦਾ? ਰੀਅਲ ਐਸਟੇਟ, ਸਾਰੀ ਦੁਨੀਆ ਨੂੰ ਪਤਾ ਹੈ। ਕੋਈ ਨਾਮ ਦੱਸ ਦਿਓ ਨਾ ਫਿਰ। ਮੈਂ ਨਾਮ ਕਿਉਂ ਮੈਂਸ਼ਨ ਕਰਾਂ? ਸਾਰਿਆਂ ਨੂੰ ਪਤਾ ਹੈ। ਜਿਸ ਏਰੀਏ 'ਚ ਸ਼ਰਾਬ ਵਿਕਦੀ ਆ, ਕੌਣ ਵੇਚਦਾ, ਲੋਕਾਂ ਨੂੰ ਪਤਾ ਹੈ। ਕੈਪਟਨ ਸਾਹਿਬ ਨੂੰ ਪਤਾ। ਲੋਕ ਡਰਦੇ ਨੇ, ਔਰ ਕਹਿੰਦਾ ਅਸੀਂ ਕੀ ਲੈਣਾ, ਸਾਡੇ ਤੇ ਪਰਚਾ ਕਰਾ ਦੇਣਗੇ। ਕੈਪਟਨ ਸਾਹਿਬ ਨੂੰ ਪਤਾ। ਕੈਪਟਨ ਨੇ ਤਾਂ ਅਸੈਂਬਲੀ 'ਚ ਕਿਹਾ ਮੈਨੂੰ ਪਤਾ ਹੈ। ਤੁਸੀਂ ਜਰਨਲਿਸਟ ਹੋ, ਮੀਡੀਆ 'ਤੇ ਦੇਖਦੇ ਹੋ। ਜਦੋਂ ਪਿਛਲਾ ਸੈਸ਼ਨ ਚੱਲਿਆ, ਅਕਾਲੀਆਂ ਨੇ ਰੌਲਾ ਪਾਇਆ, ਉਹਨਾਂ ਨੇ ਪਾਇਆ, ਆਪ ਵਾਲਿਆਂ ਨੇ, ਅਕਾਲੀਆਂ ਨੇ। ਉਹ ਕਹਿੰਦਾ ਬਹਿ ਜਾਓ, ਮੈਨੂੰ ਸਭ ਦਾ ਪਤਾ ਕੌਣ ਕੀ ਕਰਦਾ, ਕਿਉਂਕਿ ਇਹਦੇ 'ਚ ਸਾਰੇ ਹੀ ਸ਼ਾਮਲ ਹੈ। ਕਾਂਗਰਸ ਤੋਂ ਇਲਾਵਾ ਦੂਏ ਵੀ ਸ਼ਾਮਲ ਹੈ। ਅੱਛਾ, 121 ਮੌਤਾਂ ਹੋਈਆਂ ਨੇ ਤੇ 2 SIT ਬਣ ਗਈਆਂ ਰੀਸੈਂਟਲੀ। ਇਹ ਤਾਂ ਤਰਨਤਾਰਨ ਤੋਂ ਮੇਰਾ 79 ਕੁ ਬੰਦੇ ਫੜੇ ਨੇ, 9-11 ਬਟਾਲੇ ਚੋਂ, ਗੁਰਦਾਸਪੁਰ ਚੋਂ ਕੁਛ ਹਜ਼ਾਰ, 100-125 ਫੜਿਆ ਜੀ ਐਸੇ ਰੈਕਰਡ ਤੋਂ ਬਾਅਦ। ਠੀਕ ਹੈ, ਇਹ 1000 ਨਹੀਂ ਕੋਈ ਫੜਿਆ। ਉਹ ਜਿਹੜੇ ਤੁਸੀਂ ਜੇ ਦੇਖੋਗੇ ਬੰਦੇ, ਉਹ ਜਿਹੜੇ ਫੜੇ ਨੇ, ਉਹ ਤਾਂ ਵਿਚਾਰੇ ਸਪਲਾਇਰ ਤੇ। ਗੱਲ ਤਾਂ ਤਫਤੀਸ਼ ਤਾਂ ਇਸ ਗੱਲ ਦੀ ਹੈ ਕਿ ਮੈਨੂਫੈਕਚਰਰ ਕੌਣ ਹੈ ਜੀ, ਇਹ ਸ਼ਰਾਬ ਕੌਣ ਬਣਾਉਂਦਾ ਹੈ, ਇਹ ਰਾ ਮਟੀਰੀਅਲ ਕਿੱਥੋਂ ਡੀਨੇਚਰ ਸਪਿਰਿਟ ਕਿੱਥੋਂ ਆਈ, ਕਿਹੜੀ ਡਿਸਟਿਲਰੀ ਚੋਂ ਇਹ ਮਾਲ ਆਉਂਦਾ ਹੈ। ਉਧਰ ਨੂੰ ਤਾਂ ਇਹ ਗਏ ਹੀ ਨਹੀਂ। ਇਹ ਵਿਚਾਰੇ ਗਰੀਬ ਆਦਮੀ ਫੜ ਲਏ, ਜਿਨ੍ਹਾਂ ਨੂੰ ਜੇ ਤੁਸੀਂ 50 ਪਾਊਚ ਵੇਚਦੇ ਹੋ, ਉਹਨਾਂ ਨੂੰ ਵਿਚਾਰਿਆਂ ਨੂੰ ਕਮਿਸ਼ਨ ਮਿਲ ਜਾਂਦਾ। ਵੱਡੇ ਰੁਜ਼ਗਾਰ ਤਾਂ ਹੈ ਨਹੀਂ। ਵੱਡੇ ਮਗਰਮੱਛ ਫੜੇ ਨਹੀਂ ਗਏ, ਕੋਈ ਵੀ ਨਹੀਂ ਫੜਿਆ, ਇੱਕ ਵੀ ਨਹੀਂ ਫੜਿਆ।
ਜਿਹੜੀ FIR ਹੋਈਆਂ ਨੇ ਕਿਹਦੇ ਤੇ ਹੋ ਗਈਆਂ ਫਿਰ ਇੰਨੀਆਂ? ਹਾਂਜੀ, FIRs ਹੋਈਆਂ ਨੇ ਕਿਹਦੇ ਤੇ ਹੋ ਗਈਆਂ? FIR ਪੁਲਿਸ ਤਾਂ ਜਿਹਦੇ ਮਰਜ਼ੀ ਕਰ ਦੇਵੇ। ਅੱਛਾ, ਸੁਨੀਲ ਜਾਖੜ ਸਾਹਿਬ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇ। ਦੇਖੋ ਗੱਲ ਇਹ ਹੈ, ਪਾਰਟੀ ਤੋਂ ਬਾਹਰ ਕੱਢਣਾ, ਹੁਣ ਜਾਖੜ ਕਾਂਗਰਸ ਕਲਚਰ, ਉਹਨੇ ਕੋਈ ਕਾਰਨ ਤੇ ਮਿਹਨਤ ਤਾਂ ਕੀਤੀ ਨਹੀਂ, ਨਾ ਉਹ ਕਦੇ ਸਰਪੰਚ ਬਣਿਆ, ਨਾ ਕੋਈ ਹੋਰ ਬਣਿਆ, ਨਾ ਉਹ ਕਾਂਗਰਸ 'ਚ ਉਹਨੇ ਜੇਲ੍ਹ ਕੱਟੀ ਹੈ, ਠੀਕ ਹੈ ਨਹੀਂ। ਉਹ ਤਾਂ ਉਹਦਾ ਫਾਦਰ ਸੀ ਬਰਾਮ ਜਾਖੜ, ਸੈਂਟਰ ਦਾ ਬੜਾ ਟਾਲੈਸਟ ਲੀਡਰ ਸੀ, ਸਪੀਕਰ ਸੀ। ਉਹ ਤੋਂ ਬਾਅਦ ਉਹਦੇ ਮੁੰਡੇ ਕਰਕੇ ਇਹਨੂੰ ਟਿਕਟ ਮਿਲ ਗਈ। ਕਾਂਗਰਸ 'ਚ ਤਾਂ ਇਹਨੇ ਕੁਛ ਨਹੀਂ ਕੀਤਾ। ਪਰ ਅਨੁਸ਼ਾਸਨ ਤਾਂ ਹੁੰਦਾ ਨਾ ਦੂਲੋ ਸਾਹਿਬ ਪਾਰਟੀ ਦਾ। ਅਨੁਸ਼ਾਸਨ ਇਹ ਕਹਿੰਦਾ ਵੀ ਸਮਗਲਰ ਕਰਾਓ। ਜਿਹੜਾ ਕੰਮ ਜਾਖੜ ਸਾਹਿਬ ਨੂੰ ਕਰਨਾ ਚਾਹੀਦਾ ਸੀ ਐਜ ਕਾਂਗਰਸ ਪ੍ਰਧਾਨ, ਉਹ ਕੰਮ ਮੈਂ ਕੀਤਾ ਹੈ। ਉਹ ਕਹਿੰਦੇ ਕਿ ਤੁਸੀਂ AICC 'ਚ ਜਾਓ, ਹਾਈ ਕਮਾਂਡ ਨੂੰ ਮਿਲੋ। ਦੇਖੋ ਗੱਲ ਇਹ ਹੈ, ਜਦੋਂ ਮੁੱਖ ਮੰਤਰੀ ਨੂੰ 17 ਦੀ ਮੀਟਿੰਗ ਹੋਈ, 17 'ਚ ਮੈਂ ਕਿਹਾ ਜਦੋਂ ਮੀਟਿੰਗ CM ਬੁਲਾਉਂਦਾ ਹੈ, ਉੱਥੇ ਅਸੀਂ ਰੇਜ਼ ਕਰਦੇ ਹਾਂ ਮਾਫੀਆ ਦਾ, ਉਹ 'ਚ ਮਾਈਨ ਦਾ, ਸ਼ਰਾਬ, ਹੋਰ ਡਿਫਰੈਂਟ ਟਾਈਪ, ਸਕਾਲਰਸ਼ਿਪ ਦਾ ਮਸਲਾ, ਸ਼ਡਿਊਲ ਕਾਸਟਾਂ ਦਾ, ਪੈਨਸ਼ਨਾਂ ਦੇ ਮਸਲੇ, ਰੁਜ਼ਗਾਰ ਦਾ ਮਸਲਾ, ਬੇਰੁਜ਼ਗਾਰੀ ਦਾ, ਸਮਾਰਟਫੋਨ ਦੀ ਗੱਲ, ਇਹ ਡਿਫਰੈਂਟ ਇਸ਼ੂ ਨੇ ਜਿਹੜੇ ਦਮਾਰਾਮ ਸਾਹਿਬ ਇਹਨਾਂ ਨੇ ਗੁਟਕਾ ਚੱਕ ਕੇ ਸਹੁੰ ਖਾਧੀ ਸੀ, ਇਹ ਇਸ਼ੂ ਰੇਜ਼ ਕੀਤੇ ਨੇ 17 ਤੋਂ ਰਿਪੀਟਡਲੀ ਜੀ। ਪਰ CM ਤੇ ਕਰਨਲ ਦੀ ਜੂਨੀ ਆ ਜਿਹੜਾ ਇਸ਼ੂ ਹੈ, ਡਿਸਟਿਲਰੀਆਂ ਖੰਨੇ 'ਚ 6 ਆਪਣੇ ਪੰਜਾਬ 'ਚ 6 ਡਿਸਟਿਲਰੀਆਂ ਫੜੀਆਂ, 2 ਪਟਿਆਲਾ 'ਚ, 3 ਹੁਣ ਫੜੀਆਂ ਕੱਲ੍ਹ, ਜਿੱਥੇ CM ਆਪ ਉਸ ਇਲਾਕੇ ਦਾ ਹੈਗਾ ਜੀ, MLA ਹੈ, ਘਰ ਵਾਲੀ ਉਹਦੀ ਮੈਂਬਰ ਪਾਰਲੀਮੈਂਟ ਹੈ। ਇਹ ਜਿਹੜਾ ਕੰਮ ਚੱਲਦਾ ਹੈ, ਕਿਤੇ ਵੀ ਤੁਸੀਂ ਦੇਖੋਗੇ ਕ੍ਰਾਈਮ ਜਾਂ ਨਸ਼ਾ ਵਿਕੇਗਾ, ਉੱਥੇ ਦਾ SHO, ਉੱਥੇ ਦਾ ਡਿਪਟੀ, ਉੱਥੇ ਦਾ SSP, ਔਰ ਉੱਥੇ ਦੇ ਜਿਹੜੇ ਪਾਵਰਫੁਲ ਲੀਡਰ ਹੈ, ਉਹਨਾਂ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਇਹ ਤਾਂ ਸਿੱਧਾ ਸਰਕਾਰ ਤੇ ਆ ਗਈ ਨਾ ਗੱਲ ਫਿਰ। ਨਹੀਂ ਸਰ, ਜਿਹੜੇ ਪਾਵਰ 'ਚ ਹੁੰਦੇ ਨੇ ਹੈਗੇ ਨੇ। ਕਾਂਗਰਸ ਸਰਕਾਰ ਜ਼ਿੰਮੇਵਾਰ ਹੈ ਫਿਰ? ਇਹ ਤਾਂ ਸਰਕਾਰ ਤਾਂ ਹਰ ਕੰਮ ਲਈ ਜ਼ਿੰਮੇਵਾਰ ਹੁੰਦੀ ਹੈ। ਜ਼ਿੰਮੇਵਾਰੀ ਸਰਕਾਰ ਪੰਜਾਬ ਦੀ ਹੈ, ਪੰਜਾਬ ਦੇ ਲੋਕਾਂ ਨੇ ਚੁਣੀ ਹੈ, ਜਿਹੜੀ ਰੂਲਿੰਗ 'ਚ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ। 121 ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਜ਼ਿੰਮੇਵਾਰੀ ਹੈ, ਹੋਰ ਕੌਣ ਹੈ? ਕੀ ਕਾਰਵਾਈ, ਕੀ ਗੱਲ ਹੋਵੇ ਫਿਰ? ਹੁਣ ਮੁੱਖ ਮੰਤਰੀ ਸਾਹਿਬ ਕੋਲ ਤਾਂ ਵਿਭਾਗ ਹੈ, ਐਕਸਾਈਜ਼ ਡਿਪਾਰਟਮੈਂਟ ਹੈ, ਐਕਸਾਈਜ਼ ਵੀ ਹੈ, ਉਹਨਾਂ ਕੋਲ ਹੋਮ ਮਿਨਿਸਟਰ, ਹੁਣ ਜਿਹੜਾ SIT ਹੈ ਜੀ, ਹੋਮ ਮਿਨਿਸਟਰ, ਚੀਫ ਮਿਨਿਸਟਰ, ਜਿਹੜੀ ਇਹ ਇਨਕੁਆਇਰੀ ਹੈ ਤਾਂ ਆਈਵਾਸ਼ ਹੈ, ਆਈਵਾਸ਼ ਹੈ। ਤੁਸੀਂ ਮੈਨੂੰ ਦੱਸ ਤਾਂ ਦਿਓ, 6 ਡਿਸਟਿਲਰੀਆਂ ਫੜੀਆਂ, ਮੈਂ ਰੌਲਾ ਪਾਇਆ, ਮੈਂ ਇਹ ਇਸ਼ੂ ਮੈਂ ਚੱਕਿਆ ਜੀ, ਨਾ ਅਕਾਲੀ ਦਲ ਨੇ ਚੱਕਿਆ, ਨਾ ਕਿਸੇ ਆਪ ਨੇ ਚੱਕਿਆ, ਮੈਂ ਚੱਕਿਆ। ਔਰ ਜਦੋਂ ਚੀਫ ਮਿਨਿਸਟਰ ਸਾਡੀ ਖਿੱਲੀ ਉਡਾਉਂਦਾ ਹੈ ਔਰ ਇਹ ਕਹਿ ਰਿਹਾ ਕਿ ਮੈਂ ਤਾਂ ਇਹਨਾਂ ਦੀ ਚਿੱਠੀਆਂ ਵੱਲ ਧਿਆਨ ਹੀ ਨਹੀਂ ਦਿੰਦਾ, ਮੈਨੂੰ ਰਾਜ ਕਰਨਾ ਆਉਂਦਾ, ਕਿਵੇਂ ਕਰੀਦਾ। ਕੈਪਟਨ ਸਾਹਿਬ ਨੇ ਕਿਹਾ ਕਿ ਮੈਨੂੰ ਪਤਾ ਹੈ ਸਰਕਾਰ ਕਿਵੇਂ ਚਲਾਈਦੀ ਹੈ, ਮੈਂ ਇਹਨਾਂ ਦੀ ਸਲਾਹ ਕਿਉਂ ਲਵਾਂ? ਅਸੀਂ ਸਲਾਹ ਨਹੀਂ ਦਿੱਤੀ ਸੀ। ਮੈਂ ਜਿਹੜਾ ਲੈਟਰ ਲਿਖਿਆ ਉਹ ਸੋਨੀਆ ਗਾਂਧੀ ਨੂੰ ਵੀ ਭੇਜਿਆ, ਸਭ ਨੂੰ ਭੇਜਿਆ ਜੀ। ਮੈਂ ਤਾਂ ਉਹਨੂੰ ਕਿਹਾ ਵੀ ਐਕਸ਼ਨ ਲੈ ਸਮਗਲਰਾਂ ਦੇ ਖਿਲਾਫ, ਜੇ ਮੁੱਖ ਮੰਤਰੀ ਟਾਈਮਲੀ ਐਕਸ਼ਨ ਲੈ ਲੈਂਦਾ ਸਮਗਲਰਾਂ ਦੇ, ਆਹ ਜਿਹੜੇ ਐਡੇ ਬੜੇ 115 ਬੰਦੇ ਮਰੇ ਨੇ, ਜਿਹਨੂੰ CM ਆਪ ਕਹਿੰਦਾ ਇਹ ਕਤਲ ਹੈ, ਬਿਲਕੁਲ ਆਹ ਬੰਦਾ ਕਤਲ ਹੈ। ਜੇ ਉਹਨੇ ਪਹਿਲਾਂ ਸੁਚੇਤ ਰਹਿੰਦਾ, ਕੁੰਭਕਰਨ ਦੀ ਨੀਂਦ ਨਾ ਸੁੱਤਾ ਰਹਿੰਦਾ, ਆਪਣੇ ਉਹਦੇ ਜਿਹੜਾ ਸਾਰਾ ਗੜੀ ਦਾ ਮਹਿਲ ਬਣਾਇਆ ਹੋਇਆ ਹੈ ਉਹਦੇ ਵਿੱਚੋਂ ਬਾਹਰ ਨਿਕਲਦਾ, ਤਾਂ ਇਹ ਮਰਡਰ ਨਹੀਂ ਸੀ ਹੋ ਸਕਦੇ। ਇਸ ਲਈ ਉਹਦੀ ਕੋਤਾਹੀ ਹੈ, ਉਹਦੀ ਜ਼ਿੰਮੇਵਾਰੀ ਹੈ। ਕੀ ਹੋਣਾ ਚਾਹੀਦਾ ਫਿਰ ਜੇ ਜ਼ਿੰਮੇਵਾਰੀ ਫਿਕਸ ਤੁਸੀਂ ਕਰਦੇ ਹੋ? ਇਹ ਤਾਂ ਉਹਦੀ ਮੋਰਲ ਉਹਦਾ ਕੀ ਕਹਿੰਦਾ, ਮੁੱਖ ਮੰਤਰੀ ਸਾਹਿਬ ਮੋਰਲੀ ਕੀ ਸੋਚਦੇ ਨੇ, ਉਹਦੀ ਕੌਨਸ਼ੀਅਸ ਕੀ ਕਹਿੰਦੀ ਹੈ ਕਿ ਕੌਣ ਜ਼ਿੰਮੇਵਾਰ ਹੈ ਇਹ ਮਰਡਰ ਦਾ। ਉੱਥੇ 700 ਥਾਣੇਦਾਰ ਸਸਪੈਂਡ ਕਰਤਾ, ਕੋਈ ਅਫਸਰ ਕਰਕੇ, ਮਗਰਮੱਛ ਤਾਂ ਕੋਈ ਕੀਤਾ ਹੀ ਨਹੀਂ। ਤੁਸੀਂ ਸੋਰਸ ਤੇ ਜਾਓ, ਸੋਰਸ ਕੌਣ ਹੈ? ਇਹ ਪਲਾਂਟ ਜਿਹੜੇ ਲੱਗੇ ਨੇ ਪੰਜਾਬ 'ਚ, ਡਿਸਟਿਲਰੀ 1 ਏਕੜ 'ਚ ਲੱਗਦੀ ਹੈ, ਕਰੋੜਾਂ ਰੁਪਏ ਦਾ ਪਲਾਂਟ ਹੈ, ਟੈਕਨੀਕਲ ਬੰਦੇ ਆ ਕੇ ਫਿੱਟ ਕਰਕੇ ਜਾਂਦੇ ਨੇ। ਦੂਲੋ ਸਾਹਿਬ ਦੱਸ ਦਿਓ ਨਾ ਕੌਣ ਹੈ, ਜੇ ਤੁਹਾਨੂੰ ਪਤਾ ਦੱਸ ਦਿਓ। ਗਡਾਊਨ ਬਣਦੇ ਨੇ ਔਰ ਬਿਜਲੀ ਦੇ ਕਨੈਕਸ਼ਨ ਦਿੱਤੇ ਨੇ। ਔਰ ਤੁਸੀਂ ਇਹ ਦੇਖੋ, ਕਰਫਿਊ ਲੱਗਿਆ ਹੋਇਆ ਹੈ,
ਗੱਡੀਆਂ ਨੂੰ ਪਰਮਿਟ ਲੱਗੇ ਨੇ, ਰਾਹਦਾਰੀ ਹੈ, ਨਾਕਾਬੰਦੀ ਹੋਈ ਹੈ। ਪੰਜਾਬ ਤੋਂ ਸ਼ਰਾਬ ਹਿਮਾਚਲ 'ਚ ਵੀ ਜਾ ਰਹੀ ਹੈ, ਪੰਜਾਬ ਤੋਂ ਸ਼ਰਾਬ ਹਰਿਆਣੇ ਵੀ ਜਾ ਰਹੀ ਹੈ, ਰਾਜਸਥਾਨ ਵੀ ਜਾ ਰਹੀ ਹੈ, ਜੰਮੂ ਕਸ਼ਮੀਰ ਜਾ ਰਹੀ ਹੈ। ਇਹ ਗੱਡੀਆਂ ਤੇ ਪਰਮਿਟ ਕਿਹਨੇ ਲੈ ਕੇ ਦਿੱਤੇ? ਕੌਣ ਨੇ? ਇਹਦਾ ਮਤਲਬ ਬੜੀ ਬੜੀ ਤਾਕਤ ਹੈ ਜਿਹੜੀ ਇਹ ਕੰਮ ਕਰਾ ਰਹੀ ਹੈ। ਪਰ ਐਕਸ਼ਨ ਦੀ ਤੁਸੀਂ ਗੱਲ ਕੀਤੀ ਕਿ ਐਕਸ਼ਨ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਵੱਡੇ ਵੱਡੇ ਮਗਰਮੱਛ ਨੇ, ਪਰ ਐਕਸ਼ਨ ਤਾਂ ਹੁਣ ਮੰਗ ਤੁਹਾਡੇ ਖਿਲਾਫ ਹੋ ਰਹੀ ਹੈ ਕਿ ਤੁਹਾਡੇ ਖਿਲਾਫ ਐਕਸ਼ਨ ਹੋਵੇ। ਜਾਖੜ ਸਾਹਿਬ ਦਿੱਲੀ ਪਹੁੰਚੇ ਨੇ। ਅਸੀਂ ਤਾਂ ਸਮਗਲਰਾਂ ਦੇ ਖਿਲਾਫ ਆ, ਅਸੀਂ ਸਮਗਲਰ ਹਾਂ। ਸਾਡੇ ਖਿਲਾਫ ਕੀ ਐਕਸ਼ਨ ਲੈ ਲੈਣਗੇ? ਜਾਖੜ ਸਾਹਿਬ ਤਾਂ ਕਹਿੰਦੇ ਨੇ ਕਿ ਜਾਖੜ ਦੇ ਕਹੇ ਤੇ ਐਕਸ਼ਨ ਥੋੜਾ ਹੁੰਦਾ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਇਹਦਾ ਮਤਲਬ ਸਮਗਲਰਾਂ ਦੀ ਮਦਦ ਕਰਦਾ ਹੈ, ਉਹਨਾਂ ਨਾਲ ਹੈ। ਮੈਂ ਪਹਿਲਾਂ ਕਿਹਾ ਕਿ ਜਿਹੜਾ ਕੰਮ ਕਾਂਗਰਸ ਪ੍ਰਧਾਨ ਨੂੰ ਚੱਲਣਾ ਚਾਹੀਦਾ ਸੀ ਉਹ ਮੈਂ ਕੀਤਾ। ਮੈਂ ਕਾਂਗਰਸ ਦਾ ਪ੍ਰਧਾਨ ਰਿਹਾ ਜੀ, ਮੁੱਖ ਮੰਤਰੀ ਅਮਰਿੰਦਰ ਸਿੰਘ ਰਿਹਾ। ਮੈਂ ਆਪਣੇ ਸਮੇਂ 'ਚ ਇਹੋ ਜਿਹਾ ਗਲਤ ਕੰਮ ਨਹੀਂ ਹੋਣ ਦਿੱਤਾ। ਮੈਂ ਸੁਪਰਵਾਈਜ਼ ਕਰਦਾ ਸੀ, ਮੈਂ ਕੇਅਰ ਰੱਖਦਾ ਸੀ, ਗਾਹੇ ਬਗਾਹੇ ਸੀਐਮ ਨਾਲ ਮੈਂ ਮੀਟਿੰਗ ਕਰਦਾ ਸੀ, ਮੈਂ ਇੰਟਰਵੀਨ ਕਰਦਾ ਸੀ। ਉਦੋਂ ਵੀ ਇਹੋ ਜਿਹੀ ਕੋਈ ਗੱਲ ਹੋਣ ਲੱਗੀ ਸੀ, ਮੈਂ ਰੋਕਿਆ ਸੀ ਜੀ। ਇਹ ਕੋਈ ਸੁੱਤਾ ਪਿਆ ਦਾ ਮਤਲਬ ਇਹਦਾ ਆਪਣਾ ਇੰਟਰਸਟ ਆ ਕੋਈ? 2 ਸਾਲ ਇਹ ਚੁੱਪ ਰਿਹਾ। ਕਾਂਗਰਸ ਦਫ਼ਤਰ 'ਚ ਕੌਣ ਬੋਲਦੇ ਨੇ, ਕਦੇ ਗਿਆ ਨਹੀਂ, ਆਇਆ ਨਹੀਂ। 5-6 ਮਹੀਨੇ ਇਹ ਫੌਰਨ ਲਾਇਆ ਹੁੰਦਾ, ਕਿਸੇ ਜ਼ਿਲ੍ਹੇ 'ਚ ਨਹੀਂ ਮੀਟਿੰਗ ਕੀਤੀ। ਇਹ ਤਾਂ ਕਾਂਗਰਸ ਠੀਕ ਹੈ, ਇਹਨੂੰ ਪਿਓ ਦਾ ਉਹ ਮਿਲ ਗਿਆ ਜੀ ਜੀ ਜੀ। ਬਾਕੀ ਇਹਦੀ ਕਾਂਗਰਸ 'ਚ ਇਹਦੀ ਕੀ ਦੇਣਾ ਮੈਨੂੰ ਦੱਸ ਦਿਓ। ਦੁੱਲੋ ਸਾਹਿਬ ਇੰਦਰਾ ਗਾਂਧੀ ਵੇਲੇ ਵੀ ਜੇਲ੍ਹਾਂ 'ਚ ਰਹੇ ਆ ਜੀ, ਇਹ ਕਿਹੜੀ ਜੇਲ੍ਹ 'ਚ ਗਿਆ? ਜੇ ਪੁੱਛਿਆ ਜਾਵੇ ਇਹਨਾਂ ਨੂੰ ਤਾਂ ਵਿਰਾਸਤ ਮਿਲ ਗਈ। ਦੁੱਲੋ ਸਾਹਿਬ ਕੀ ਪਤਾ ਕਾਂਗਰਸ ਕੀ ਹੈ? ਜੀ ਜੀ ਜੀ, ਅਸੀਂ ਤਾਂ ਬਚਪਨ ਤੋਂ ਕਾਂਗਰਸ 'ਚ। ਦੁੱਲੋ ਸਾਹਿਬ ਉਹ ਕਹਿੰਦੇ ਕਿ ਤੁਸੀਂ ਕਦੇ ਖੇਤੀ ਆਰਡੀਨੈਂਸ ਦਾ ਵਿਰੋਧ ਨਹੀਂ ਕਰਿਆ, ਤੁਸੀਂ ਕਦੇ ਖੇਤੀ ਆਰਡੀਨੈਂਸ ਦਾ ਕਦੇ ਵਿਰੋਧ ਨਹੀਂ ਕਰਿਆ, ਤੁਸੀਂ ਕਦੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਨਹੀਂ ਚੁੱਕੇ, ਤੁਸੀਂ ਜਿਹੜਾ ਹੁਣ ਕਰੋਨਾ ਵਾਸਤੇ ਏਡ ਲੈਣੀ ਸੀਗੀ ਸੈਂਟਰ ਸਰਕਾਰ ਤੱਕ, ਉਹਦੇ ਤੱਕ ਕੋਈ ਅਮਿਤ ਸ਼ਾਹ ਨਾਲ ਮੁਲਾਕਾਤ ਨਹੀਂ ਕੀਤੀ, ਕਿ ਸਿਰਫ ਆਪਣੀ ਸਰਕਾਰ ਨੂੰ ਭੰਡਣ ਤੇ ਲੱਗੇ ਹੋ? ਗੱਲ ਇਹ ਹੈ ਜਾਂ ਤਾਂ ਉਹਨੂੰ ਅੰਦਰੇਤਾ ਹੋਇਆ ਹੈ, ਉਹ ਲੋਕ ਸਭਾ 'ਚ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ। ਜੇ ਉਹ ਲੋਕ ਸਭਾ 'ਚ ਸੀ, ਹੁਣ ਲੋਕਾਂ ਨੇ ਠੀਕ ਹੈ ਗੁਰਦਾਸਪੁਰ ਤੋਂ ਨਹੀਂ, ਲੋਕਾਂ ਨੇ ਦੁਬਾਰਾ ਰਿਪੀਟ ਹੋਇਆ, ਅਸੀਂ ਰਾਜ ਸਭਾ 'ਚ ਹਾਂ ਜੀ। ਔਨ ਰਿਕਾਰਡ ਹੈ ਮੇਰੇ 43 ਕੁਐਸਚਨ ਲੱਗੇ ਨੇ 4 ਸਾਲਾਂ 'ਚ, ਡਿਫਰੈਂਟ ਇਸ਼ੂ, ਕਿਸਾਨ, ਸ਼ੈਡਿਊਲ ਕਾਸਟ, ਬੈਕਵਰਡ, ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ, ਵੀ ਪੰਜਾਬ ਨੂੰ ਹੈਲਪ ਦਿਓ, ਕਰਜ਼ੇ ਦਾ ਬੋਝ ਹੈ, ਔਰ ਐਮਪਲਾਇਮੈਂਟ ਪ੍ਰਾਈਵੇਟੇਸ਼ਨ ਦੇ ਖਿਲਾਫ ਬੋਲਦਾ ਮੈਂ, ਵੀ ਪਬਲਿਕ ਸੈਕਟਰ ਖਤਮ ਕਰਦੀ ਜਾ ਰਹੀ ਹੈ ਗਵਰਨਮੈਂਟ। ਇਸ਼ੂ ਡਿਫਰੈਂਟ ਟਾਈਪ ਦੇ ਇਸ਼ੂ ਅਸੀਂ ਠੀਕ ਹੈ ਤੁਸੀਂ ਉਠਾਉਂਦੇ ਹੋ, ਔਰ ਉੱਥੇ ਧਰਨੇ ਵੀ ਦਿੰਦੇ। ਧਰਨੇ ਨਾ ਸਿਰਫ ਕਾਂਗਰਸ ਵੱਲੋਂ ਵੀ, ਮੈਂ ਤਾਂ ਜਿਹੜਾ ਗਾਂਧੀ ਹੈ ਡਾਕਟਰ ਗਾਂਧੀ, ਉਹਦੇ ਨਾਲ ਵੀ ਧਰਨੇ ਤੇ ਬਹਿ ਜਾਣਾ ਜਾ ਕੇ ਜੀ, ਜੇ ਮੁੱਦਾ ਪੰਜਾਬ ਦਾ ਹੋਵੇ, ਜੇ ਪੰਜਾਬ ਦਾ ਮੁੱਦਾ ਹੋਵੇ। ਮੈਂ ਪਾਰਟੀ ਨਹੀਂ ਦੇਖਦਾ ਪੰਜਾਬ ਦੇ ਮੁੱਦੇ ਨੂੰ। ਦੁੱਲੋ ਸਾਹਿਬ ਪਰ ਤੁਹਾਨੂੰ ਲੱਗਦਾ ਜਿਹੜਾ ਇਹ ਕਹਿੰਦਾ ਹੈ ਨਾ, ਇਹ ਪੜ੍ਹਿਆ ਲਿਖਿਆ ਮੈਂ ਕਹਿੰਦਾ ਹਾਂ, ਮੈਂ ਇਹ ਆਪ ਨਹੀਂ ਬੋਲਦਾ ਜੀ, ਇਹਨੂੰ ਪਤਾ ਨਹੀਂ ਗਿੱਦੜ ਸਿੰਘ ਜੀ ਕੈਪਟਨ ਸਾਹਿਬ ਨੇ ਕੀ ਸੰਘਾਤੀ। ਪਹਿਲਾਂ ਤਾਂ ਤੁਸੀਂ ਦੇਖੋ ਮੈਂ ਵੀ ਪ੍ਰਧਾਨ ਰਿਹਾ ਜੀ, ਜਿਹੜੇ ਬੰਦਾ ਨੂੰ ਟਾਈਮ ਮਿਲਦਾ ਨਹੀਂ ਮਿਲਦਾ, ਜਿਹੜਾ ਬੰਦਾ 4-4 ਘੰਟੇ ਡਰਾਇੰਗ ਰੂਮ 'ਚ ਬਹਿ ਜਾਂਦਾ ਹੈ, ਇਹਦੇ ਮੋਬਾਈਲ ਵੀ ਰਖਾ ਲੈਂਦੇ ਨੇ, ਇਹਦੇ ਨਾਲ ਹਿਊਮਿਲੀਏਸ਼ਨ ਪ੍ਰਧਾਨ ਦੀ ਕੀ ਹੋਊਗੀ? ਪ੍ਰਧਾਨਗੀ ਚਲਾਉਣ ਦਾ ਤਰੀਕਾ ਹੁੰਦਾ ਹੈ ਨਾ। ਇਹਨੇ ਪ੍ਰਦੇਸ਼ ਦੀ ਕਦੇ ਮੀਟਿੰਗ ਕੀਤੀ। ਇਹ ਜਿਹੜੀ ਦਿੱਲੀ ਵਾਲਿਆਂ ਨੇ ਜਨਵਰੀ ਦੇ ਵਿੱਚ ਪੰਜਾਬ ਦੀ ਬੌਡੀਓ ਭੰਗ ਕਰਤੀ। ਬਿਲਕੁਲ ਭੰਗ ਕਿਉਂ ਕੀਤੀ? ਵੀ ਇਹ ਨਕੰਮਾ ਹੈ, ਇਹਨੇ ਕੰਮ ਨਹੀਂ ਕੀਤਾ। ਦੇਖੋ ਜਿਹੜੇ ਬੰਦੇ ਨੂੰ ਗੁਰਦਾਸਪੁਰ ਦੇ 1 ਸਾਲ ਪਹਿਲਾਂ 2-2.5 ਲੱਖ ਤੇ ਜਿਤਾਉਂਦੇ ਨੇ ਜੀ, 2.5 ਸਾਲ ਬਾਅਦ ਉਹਨੂੰ ਲੱਖ ਤੋਂ ਹਰਾ ਦਿੰਦੇ ਨੇ। ਉਹ ਤੋਂ ਦੇਖ ਲਓ ਵੀ ਇਹ ਬੰਦਾ ਕਿੰਨਾ ਕੁ ਪਾਪੂਲਰ ਹੈ। ਠੀਕ ਹੈ ਦੁੱਲੋ ਸਾਹਿਬ, ਇੱਕ ਸਵਾਲ ਹੈ ਕਿ ਜੋ ਹੁਣ ਤੁਸੀਂ ਮੁੱਦੇ ਚੁੱਕ ਰਹੇ ਹੋ ਕਿ ਕਾਂਗਰਸ ਸਰਕਾਰ ਦੇ ਵੇਲੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਕਿ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਉਹ ਪੂਰੇ ਨਹੀਂ ਹੋਏ ਹੈਗੇ, ਜਾਂ ਹੁਣ ਸ਼ਰਾਬ ਦੀ ਗੱਲ ਹੋ ਰਹੀ ਹੈ ਜਾਂ ਵੱਖ-ਵੱਖ ਮਾਫੀਆ ਦੀ ਗੱਲ ਹੋ ਰਹੀ ਹੈ, ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਨੁਕਸਾਨ ਹੋ ਰਿਹਾ ਕਾਂਗਰਸ ਦਾ ਜਾਂ ਫਾਇਦਾ ਹੋਏਗਾ? ਕਾਂਗਰਸ ਦਾ ਤਾਂ ਨੁਕਸਾਨ ਹੋ ਗਿਆ ਤੁਹਾਡੇ ਬਿਆਨਬਾਜ਼ੀ ਕਰਕੇ। ਕਹਿੰਦੇ ਤਾਂ ਹੈ ਵੀ ਅਸੀਂ ਗੁਰੂ ਘਰ ਦੀ ਬੜੀ ਸੇਵਾ ਕਰਨੀ ਹੈ ਜੀ, ਇਹ ਕਮਾਂ ਮੈਂ ਕਹਿੰਦਾ ਵੀ ਇਹਨਾਂ ਤੇ ਇਤਬਾਰ ਕੌਣ ਕਰੂ ਦੁਬਾਰਾ? ਕੈਪਟਨ ਸਾਹਿਬ ਕਹਿੰਦੇ ਵੀ ਮੈਂ ਦੁਬਾਰਾ ਇਲੈਕਸ਼ਨ ਆਉਣਾ ਹੈ। ਬਿਲਕੁਲ ਪਹਿਲਾਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਟਕਾ ਚੱਕ ਕੇ ਸਹੁੰ ਖਾਧੀ, ਇਹ ਗੁਰੂਆਂ ਨੂੰ ਵੀ ਧੋਖਾ ਦੇ ਰਿਹਾ।
ਪੰਜਾਬ ਦੇ ਲੋਕਾਂ ਦਾ ਵਿਸ਼ਵਾਸਘਾਤ ਕਰ ਰਹੀ ਹੈ। ਹੂੰ ਜੇ ਦੁਬਾਰਾ ਇਹਨੇ ਆਉਣਾ ਹੈ ਤਾਂ ਮਾਹੌਲ ਪੈਦਾ ਕਰਦਾ। ਜੀ ਉਹ ਜਿਹੜਾ ਜੋ ਮੰਨਿਆ ਹੈ, ਜੋ ਮੈਨੀਫੈਸਟੋ ਆ ਕਾਂਗਰਸ ਦਾ, ਜੋ ਗੁਟਕਾ ਖਾਧਾ ਹੈ, ਸਹੁੰ ਖਾਧੀ ਆ, ਉਹ ਪੂਰੇ ਕਰੇ। ਪਰ ਉਹ ਕਹਿੰਦੇ 462 ਕਹਿੰਦੇ ਪੂਰੇ ਕਰਤੇ ਵਾਅਦੇ। ਕਰੋਨਾ ਤਾਂ ਹੁਣ ਫੈਲਿਆ ਜੀ, ਇਹ ਤਾਂ ਜਿੱਦਣ ਦਾ ਮੁੱਖ ਮੰਤਰੀ ਬਣਿਆ ਤਾਂ ਅੰਦਰੋਂ ਨਹੀਂ ਨਿਕਲਦਾ। ਹੂੰ ਜਿਹੜਾ ਬੰਦਾ ਲੋਕਾਂ 'ਚ ਨਹੀਂ ਆਉਂਦਾ, ਲੋਕਾਂ 'ਚ ਵਿਚਰਦਾ ਨਹੀਂ, MLA ਨੂੰ ਨਹੀਂ ਮਿਲਦਾ, ਵਰਕਰਾਂ ਨੂੰ ਤਾਂ ਕਿਆ ਮਿਲਦਾ। ਮਾਫੀਆ ਟਾਈਪ ਲੋਕ ਨੇ ਔਰ ਚੁੱਪ ਕਰੇ ਹੋਏ ਨੇ। MLA ਦੀ ਮੈਂ ਕਹੂੰਗਾ ਜ਼ਮੀਰ ਮਰ ਚੁੱਕੀ ਹੈ, ਜਾਂ ਉਹ ਇਨਵਾਲਵ ਨੇ ਜਿਹੜੇ ਬੋਲਦੇ ਨੇ। ਕਾਂਗਰਸ ਸਰਕਾਰ ਜਾਂ ਦੀ ਤਾਂ ਉਹਨਾਂ ਦੀ ਜ਼ਮੀਰ ਮਰ ਗਈ ਜੀ, ਜਾਂ ਜਾਂ ਉਹ ਬੁਰੇ ਕੰਮਾਂ 'ਚ ਇਨਵਾਲਵ ਨੇ, ਉਹਨਾਂ ਦੀ ਕੌਂਸ਼ੀਅਸ ਮਰ ਚੁੱਕੀ ਹੈ। ਪਰ ਉਹਦਾ ਢੁਕਵਾਂ ਜਵਾਬ ਪੰਜਾਬ ਦੇ ਲੋਕ ਇਹਨਾਂ ਨੂੰ ਦੇਣਗੇ। ਕੀ ਹੋਊਗਾ? ਵਕਤ ਆਏ ਤੇ ਕੀ ਹੋਊਗਾ? ਵਕਤ ਦੇਣਗੇ, ਤੁਹਾਡੇ ਸਾਹਮਣੇ ਹੀ ਆ ਜਾਊਗਾ। ਅਸੀਂ ਤਾਂ ਬੋਲ ਰਹੇ ਆ ਵੀ ਲੋਕ ਸਾਨੂੰ ਕਹਿੰਦੇ ਨੇ ਪਿੰਡਾਂ 'ਚ ਜਾਈਦਾ, ਅਸੀਂ ਕਿਹੜਾ ਇਹਨਾਂ ਮੰਗਣ ਮਹਿਲਾਂ 'ਚ ਬਹਿੰਦੇ ਆ। ਅਸੀਂ ਤਾਂ ਫੀਲਡਾਂ 'ਚ ਜਾਂਦੇ ਹਾਂ, ਰੋਜ਼ ਜਾਂਦੇ ਹਾਂ। ਅਸੀਂ ਤਾਂ ਕਰੋਨਾ 'ਚ ਵੀ ਜਾਂਦੇ ਹਾਂ ਲੋਕਾਂ ਕੋਲ, ਹੈ ਜੀ, ਕਰੋਨਾ 'ਚ ਵੀ ਫਿਰਦੇ ਹਾਂ ਅਸੀਂ ਲੋਕਾਂ ਕੋਲ ਜਾ ਕੇ ਜੀ। ਪਰ ਇਹ ਤਾਂ ਨਿਕਲਦੇ ਹੀ ਨਹੀਂ ਕਿਸੇ। ਪਰ ਉਹ ਕਹਿੰਦੇ ਕਿ ਜੋ ਮੱਧ ਪ੍ਰਦੇਸ਼, ਜੋ ਰਾਜਸਥਾਨ ਤੇ ਉਹਦੇ ਬਾਅਦ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁੱਲੋ ਸਾਹਿਬ ਦੇ ਵੱਲੋਂ। ਡਿਫਰੈਂਟ ਇਸ਼ੂ ਆ। ਅਸੀਂ ਗਵਰਨਰ ਕੋਲ ਜਾ ਕੇ ਇਹਦੇ ਅਸਤੀਫੇ ਦੀ ਗੱਲ ਕੀਤੀ ਹੈ। ਅਸੀਂ ਕਿਹਾ ਵੀ ਇਹਦੇ ਖਿਲਾਫ ਕੋਈ ਨੋ ਕੌਨਫੀਡੈਂਸ ਆ ਰਿਹਾ। ਨੋ ਕੌਨਫੀਡੈਂਸ ਉੱਥੇ ਦੀ ਸਿਚੁਏਸ਼ਨ ਹੋਰ ਹੈ, ਇੱਥੇ ਤਾਂ ਮਾਫੀ ਇਹਦੇ ਖਿਲਾਫ ਅਸੀਂ ਬੋਲੇ ਆ। ਇਹ ਕਾਂਗਰਸ ਦੇ ਹੱਕ 'ਚ ਅਸੀਂ ਇਹਦੀ ਸਰਕਾਰ ਪਲਟਣ ਲਈ ਤੁਰੇ ਹਾਂ। ਤੁਸੀਂ ਜੋ ਲੈਟਰ ਅਸੀਂ ਲਿਖਿਆ ਉਹ 'ਚ ਕਿਹਾ ਹੈ ਗਵਰਨਰ ਸਾਹਿਬ ਨੂੰ ਕਿ ਇਹਨੂੰ ਡਾਇਰੈਕਟ ਕਰੋ ਤਾਂ ਕਿ ਵੀ ਮਾਫੀਏ ਦੇ ਖਿਲਾਫ ਐਕਸ਼ਨ ਲਵੇ। ਦੁੱਲੋ ਸਾਹਿਬ, ਇਸ ਦੇ ਪਿੱਛੇ ਕਿਤੇ ਕੋਈ ਹਿਡਨ ਏਜੰਡਾ ਜਾਂ ਭਾਜਪਾ ਜਾਂ ਕੁਝ ਹੋਰ ਤਾਂ ਨਹੀਂ? ਇਹਦੇ 'ਚ ਕਾਹਦਾ? ਮੈਂ ਤਾਂ ਕਾਂਗਰਸ ਕਲਚਰ ਦਾ ਬੰਦਾ ਹੈ। ਮੈਂ ਤਾਂ ਮਾਫੀਏ ਦੇ ਖਿਲਾਫ ਮੈਂ ਅੱਤਵਾਦ ਦੇ ਖਿਲਾਫ ਵੀ ਰਿਹਾ, ਲੜਾਈਆਂ ਲੜੀਆਂ ਨੇ, ਕੋਈ ਨਵਾਂ ਨਹੀਂ ਹੈ। ਮੇਰਾ ਤਾਂ ਮਿਸ਼ਨ ਹੈ ਜੀ। ਮੈਂ ਕਿਹੜਾ ਹਿੱਸੇ ਲੈਣਾ, ਮੈਂ ਸ਼ੇਅਰ ਲੈਣਾ ਜਿਵੇਂ ਬਾਕੀ ਪੋਲੀਟੀਸ਼ੀਅਨ ਲੈਂਦੇ ਨੇ, ਮੈਂ ਲੈਣਾ ਜੀ। ਇਸ ਗੱਲ ਕਹੀ ਮੇਰਾ ਤਾਂ ਮੈਂ ਕਿਸੇ ਆਈਡੀਓਲੋਜੀ ਨੂੰ ਕਮਿਟਮੈਂਟ ਹੁੰਦਾ। ਮੈਂ ਤਾਂ ਮੂਵਮੈਂਟ ਤੋਂ ਆਇਆ ਹੋਇਆ ਬੰਦਾ ਹੈ ਜੀ। ਸੋਨੀਆ ਪਿਓ ਕਹਾਂ ਮਿਨਿਸਟਰ ਸੀ, ਸੁਨੀਲ ਜਾਖੜ ਮੰਗਣ। ਸੁਨੀਲ ਜਾਖੜ ਉਹਨੇ ਦਿੱਲੀ ਗਏ ਨੇ, ਸਮਾਂ ਮੰਗਿਆ ਸੋਨੀਆ ਗਾਂਧੀ ਤੋਂ ਮੁਲਾਕਾਤ ਲਈ, ਤੁਸੀਂ ਵੀ ਜਾਓਗੇ? ਸੋਨੀਆ ਗਾਂਧੀ ਸਾਨੂੰ ਬੁਲਾਊਗੀ, ਚਲੇ ਜਾਵਾਂਗੇ, ਸਾਡੀ ਲੀਡਰ ਹੈ। ਪਰ ਤੁਹਾਨੂੰ ਲੀਡਰ ਹੈ, ਜਦੋਂ ਸਾਨੂੰ ਉਹਦਾ ਮੈਸੇਜ ਆਊਗਾ ਅਸੀਂ ਜਾਵਾਂਗੇ। ਤੁਹਾਨੂੰ ਖਤਰਾ ਤਾਂ ਨਹੀਂ ਲੱਗਦਾ ਕਿ ਤੁਸੀਂ ਹੁਣ ਰਾਜ ਸਭਾ ਮੈਂਬਰ ਹੋ ਜਾਂ ਕੋਈ ਕਾਰਵਾਈ ਹੋ ਸਕਦੀ ਹੈ ਪਾਰਟੀ ਵੱਲੋਂ? ਤੁਸੀਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਕੇ ਪਾਰਟੀ ਖਿਲਾਫ ਬੋਲ ਰਹੇ ਹੋ। ਇਹ ਕਹੂਗੀ ਵੀ ਤੁਸੀਂ ਬਈ ਬੜਾ ਮਾੜਾ ਕੰਮ ਕੀਤਾ, ਸਮਗਰਾਂ ਦੇ ਖਿਲਾਫ ਨਾ ਬੋਲੋ। ਸਾਨੂੰ ਇਹ ਕਹੂਗੀ ਉਹ। ਇਹਦੇ ਬਾਰੇ ਤਾਂ ਆਪਣਾ ਸੋਚੇ ਵੀ ਸੋਨੀਆ ਗਾਂਧੀ ਇਹਨੂੰ ਕੀ ਕਹੂਗੀ ਜਿਹੜਾ ਸਮਗਲਰਾਂ ਦੀ ਮਦਦ ਕਰਦਾ ਹੈ। ਸੁਨੀਲ ਜਾਖੜ ਸੋਚੇ ਆਪਣੇ ਬਾਰੇ ਜੀ। ਸੋਨੀਆ ਗਾਂਧੀ ਅੱਜ ਬੁਲਾ ਲਵੇ ਸਾਨੂੰ, ਅੱਜ ਮੈਨੂੰ ਕਹਿ ਦੇਵੇ ਫੋਨ ਤੇ ਕਿ ਦੁੱਲੋ ਸਾਹਿਬ ਰਾਜ ਸਭਾ ਛੱਡ ਦੋ, ਮੈਂ ਛੱਡ ਦੂੰ। ਮੈਂ ਬਾਉਂਡਰ ਲੇਬਰਰ ਨਹੀਂ ਹੈ, ਮੈਂ ਆਪਣੇ ਵਿਚਾਰਧਾਰਾ ਦਾ ਬੰਦਾ ਹੈ। ਜੇ ਮੈਂ ਤੁਹਾਡੇ ਰਾਹੀਂ ਵੀ ਕਹਿਣਾ, ਹਮੇਸ਼ਾ ਕਹਿਣਾ, ਜਿਹੜਾ ਕਾਂਗਰਸ ਦੇ ਵਿੱਚ ਬੁਰਾਈ ਆ, ਸਮਗਲਰ ਨੇ, ਹੋਰ ਨੇ, ਗਲਤ ਬੰਦੇ ਨੇ, ਮਾਫੀਆ, ਉਹਨਾਂ ਮੈਂ ਵਿਰੋਧ ਕਰਦਾ ਰਹੂੰਗਾ। ਮੈਂ ਬਾਉਂਡਰ ਨਹੀਂ ਪਾਰਟੀ ਦਾ ਜੀ। ਪਾਰਟੀ ਸਮਗਲਰ ਵਾਲੀ ਜੀ। ਪਰ ਉਹ ਕਹਿੰਦੇ ਕਿ ਪਾਰਟੀ ਪਲੇਟਫਾਰਮ ਤੇ ਗੱਲ ਰੱਖੀ ਜਾਣੀ ਚਾਹੀਦੀ ਹੈ। ਤਾਂ ਸਾਡੀ ਯਾਰ, ਇਹਨਾਂ ਦੀ ਕੀ ਹੈ? ਇਹ ਤਾਂ ਕੋਈ ਸਪੈਸ਼ੀਏ ਨੇ। ਅਮਰਿੰਦਰ ਸਿੰਘ ਆ 5-6 ਪਾਰਟੀਆਂ ਬਦਲ ਕੇ ਆਇਆ। ਅਸੀਂ ਤਾਂ ਅਫਸੋਸ ਹੁਣ ਪਛਤਾਉਂਦੇ ਹੋਣਗੇ ਵੀ ਅਸੀਂ ਗਲਤ ਆਦਮੀ ਚੁਣ ਲਿਆ। ਪਰ ਉਹ ਕਹਿੰਦੇ ਸੀਗੇ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਨਾਰੇ ਤਾਂ ਇਹ ਲੱਗੇ ਸੀ। ਹੁਣ ਦੁਆਰਾ ਲਾ ਕੇ ਹੁਣ ਦੱਸਣਗੇ ਲੋਕ। ਅੱਜ ਸਥਿਤੀ ਕਾਂਗਰਸ ਦੇ ਖਿਲਾਫ ਹੈ, ਹੱਕ 'ਚ ਹੈ। ਕਾਂਗਰਸ ਦਾ ਗ੍ਰਾਫ ਥੱਲੇ ਜਾ ਰਿਹਾ, ਉਹਨੂੰ ਬਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਕਿ ਕਾਂਗਰਸ ਦਾ ਗ੍ਰਾਫ ਠੀਕ ਰਹੇ। ਔਰ ਜੇ ਇੱਕ ਸਿੱਧਾ ਨੀਤ ਨਾਲ ਕੰਮ ਕਰੇ, ਨੀਤ ਨਹੀਂ ਹੈ। ਨੀਤ ਹੋਈ ਹੈ ਇੱਕ ਪਾਸੇ ਦਿੱਲੀ ਵਾਲਿਆਂ ਤੋਂ ਪੈਸੇ ਮੰਗਦੇ ਆ, ਦੂਸਰੇ ਪਾਸੇ ਅਸੀਂ ਖਜ਼ਾਨਾ ਲੁਟਾ ਰਹੇ ਹਾਂ। ਮੈਂ ਤਾਂ ਉਹ ਕਹੂੰਗਾ ਵੀ ਦੁੱਧ ਦੀ ਰਾਖੀ ਬਿੱਲੇ ਬੈਠੇ ਨੇ। ਜਿਹੜਾ ਪੰਜਾਬ ਦਾ ਫਾਈਨੈਂਸ ਆਉਣਾ ਹੈ ਉਹ ਆਪ ਹੀ ਖਾਈ ਜਾਂਦੇ ਨੇ। ਅੱਛਾ, ਪਿੱਛੇ ਜੇ ਰੌਲਾ ਪਿਆ ਕਰਨ ਅਵਤਾਰ ਸਿੰਘ ਹੋਰਾਂ ਦੀ, ਜੋ ਕੈਬਨਿਟ ਦੀ ਮੀਟਿੰਗ ਹੋਈ, ਬਹੁਤ ਕੁਝ, ਫਿਰ ਉੱਤੇ ਮਾਫੀ ਮੰਗ ਕੇ ਗੱਲ ਖਤਮ ਹੋ ਗਈ। ਜਿਹੜਾ ਰੌਲਾ ਪਿਆ ਸੀਗਾ ਕੋਈ 2700 ਕਰੋੜ ਦਾ, ਕੋਈ 3500 ਕਰੋੜ ਦਾ, ਕਿ ਆਬਕਾਰੀ ਜਿਹੜਾ ਐਕਸਾਈਜ਼ ਡਿਪਾਰਟਮੈਂਟ ਉਹਨੂੰ ਘਾਟਾ ਪੈ ਰਿਹਾ, ਉਹਦੇ ਬਾਅਦ ਦੁਬਾਰਾ ਕਦੇ ਗੱਲ ਨਹੀਂ ਹੋਈ। ਦੇਖੋ ਗੱਲ ਹੈ, ਜਿਹੜੇ ਰੌਲਾ ਪਾਉਣ ਵਾਲੇ ਤੇ ਉਹੀ ਲੰਚ ਖਾਏ। ਉਹ ਲੰਚ 'ਚ ਸਾਰਾ ਨਮਕ ਕੇ ਪਤਾ ਨਹੀਂ ਕਿਹਾ ਗਿਆ ਤਾਂ ਉਹ ਨਮਕ ਦਾ ਹੀ, ਜਿਨ੍ਹਾਂ ਨੇ ਰੌਲਾ ਪਾਇਆ ਲੰਚ ਕਰਿਆ, ਉਹਦਾ ਨਮਕ ਦਾ ਅਸਰ ਐਸਾ ਹੋਇਆ ਵੀ ਚੁੱਪੇ ਕਰ ਗਏ। ਅਜਿਹਾ ਕੀ ਨਮਕ ਸੀਗਾ ਦੁੱਲੋ ਸਾਹਿਬ? ਫਿਰ ਅਜਿਹਾ ਕੀ ਖਵਾਤਾ ਕੈਪਟਨ ਸਾਹਿਬ ਨੇ ਲੰਚ ਦੇ ਵਿੱਚ? ਜਿਨ੍ਹਾਂ ਨੇ ਖਾਧਾ ਉਹਨਾਂ ਨੂੰ ਪਤਾ ਹੋਊ, ਮੈਨੂੰ ਕੀ ਪਤਾ। ਮੈਂ ਕਿਹੜਾ ਖਾਣ ਜਾਣਾ। ਅੱਛਾ, 2.5 ਲੱਖ ਕਰੋੜ ਦਾ ਕਰਜ਼ਾ ਦੱਸੀ ਜਾਂਦੇ ਨੇ ਪੰਜਾਬ ਦੇ ਵਿੱਚ ਇਸ ਵੇਲੇ,
ਤੇ ਬਠਿੰਡੇ ਥਰਮਲ ਦਾ ਸਭ ਨੂੰ ਪਤਾ ਕਿ ਵੇਚਣ ਦੀ ਤਿਆਰੀ ਹੋ ਰਹੀ ਹੈ। ਤੇ ਹੋਰ ਵੀ ਕਈ ਫੈਸਲੇ ਨੇ ਜਿਹੜੇ ਹੁਣ ਪਿੱਛੇ ਜੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿੰਦੇ ਮੋਬਾਈਲ ਪੱਤਾ ਘਟਾ ਦਿਓ, ਹੋਰ ਚੀਜ਼ਾਂ ਘਟਾ ਦਿਓ ਕਿ ਖਰਚਾ ਘਟਾ ਲਈਏ। ਆਪਣੇ ਵਜ਼ੀਰ ਸਾਹਿਬ ਜਿਹੜੇ ਖਜ਼ਾਨਾ ਮੰਤਰੀ ਨੇ, ਇਹ ਦੇਖੋ ਫਾਈਨੈਂਸ਼ੀਅਲ ਪੋਜੀਸ਼ਨ ਪਹਿਲਾਂ 17 ਚ 100-125 ਕਰੋੜ ਸੀ ਜੀ, ਹੁਣ 2.5 ਲੱਖ ਹੋ ਗਈ। 125 ਕਰੋੜ ਹੋਰ ਬਸ ਗਿਆ। ਮਿਸਮੈਨੇਜਮੈਂਟ, ਮੋਨੀਟਰ ਨਹੀਂ ਕੀਤਾ, ਔਰ ਕਿਹਾ ਜਾਂਦਾ ਹੈ ਕਿ ਜ਼ਿੰਮੇਵਾਰ ਫਾਈਨੈਂਸ ਮਿਨਿਸਟਰ ਵੀ ਹੈ, ਜਿਹਨੂੰ ਬੜਾ ਕਾਬਲ ਕਹਿੰਦੇ ਸੀ ਜੀ, ਕਿ ਫਾਈਨੈਂਸ ਮਿਨਿਸਟਰ ਉਹਨੂੰ ਬਣਾਇਆ ਕਾਬਲ ਹੈ, ਉਹ ਵੀ ਫੇਲ ਹੋ ਗਿਆ, ਉਹ ਵੀ ਕੁਝ ਕਰ ਨਹੀਂ ਸਕਿਆ। ਔਰ ਜਿਸ ਤਰ੍ਹਾਂ ਸਰਕਾਰ ਚੱਲਦੀ ਹੈ ਆਪੋ ਤਾਪੀ ਪਈ ਹੋਈ ਹੈ। ਮੈਂ ਇਹ ਪੁੱਛਣਾ ਚਾਹੁੰਦਾ ਜੇ ਖਰਚੇ ਘਟਾਉਣੇ ਹੈ, ਚਲੋ ਪੋਲੀਟੀਸ਼ੀਅਨਾਂ ਨੂੰ ਤਾਂ ਲਾਉਣੇ ਹੀ ਲਾਉਣੇ ਆਪਾਂ, ਕਿਸੇ ਨੂੰ ਚੇਅਰਮੈਨ ਲਾਤਾ, ਕਿਸੇ ਨੂੰ ਮੈਂਬਰ ਬਣਾਤਾ। ਇੱਥੇ ਤਾਂ ਜਿਹੜਾ ਵੀ ਰਿਟਾਇਰਡ ਅਫਸਰ ਹੁੰਦਾ ਹੈ IAS, ਜਿਨ੍ਹਾਂ ਨੇ ਇਹਨਾਂ ਦੀ ਗਲਤ ਕੰਮਾਂ 'ਚ ਸਪੋਰਟ ਕੀਤੀ ਹੁੰਦੀ ਹੈ, 15-16 IAS ਨਵੇਂ ਮਹਿਕਮੇ, ਨਵੀਂ ਕਾਰਪੋਰੇਸ਼ਨਾਂ, ਨਵੇਂ ਕਮਿਸ਼ਨ ਐਕਸਟੈਂਸ਼ਨ ਦੇ ਉਹ ਬਣਾਤੇ। ਉਹਨਾਂ ਨੂੰ ਸਰਕਾਰੀ ਤਨਖਾਹ ਵੀ ਮਿਲਦੀ ਹੈ, ਇੱਧਰੋਂ ਵੀ ਮਿਲਦੀ ਹੈ, ਗੱਡੀਆਂ ਕਾਰਾਂ, ਇਹ ਖੁਸ਼ ਕਰਨ ਲੱਗੇ ਹੋਏ ਨੇ, ਕਿਉਂਕਿ ਉਹਨਾਂ ਨੇ ਜਿਹੜੇ ਗਲਤ ਕੰਮ ਕਰਾਏ ਆ ਇਹਨਾਂ ਅਫਸਰਾਂ ਤੋਂ ਕਰਵਾਏ ਆ, ਉਹਨਾਂ ਨੂੰ ਹੁਣ ਗਿਫਟ ਦੇ ਰਿਹਾ ਕੈਪਟਨ ਅਮਰਿੰਦਰ ਸਿੰਘ। ਚਾਹੀਦਾ ਇਹ ਹੈ, ਇੱਕ ਪਾਸੇ ਫਾਈਨੈਂਸ਼ੀਅਲ ਪ੍ਰੋਬਲਮ ਹੈ, ਦੂਸਰੇ ਪਾਸੇ ਇਹਨਾਂ IAS ਰਿਟਾਇਰ ਅਫਸਰਾਂ ਨੂੰ ਬੜੇ ਪਦ ਦੇ ਰਿਹਾ, ਉਹਨਾਂ ਨੂੰ ਭੱਤੇ ਦੇ ਰਿਹਾ ਜੀ। ਇਹ ਕਿਉਂ? ਪੋਲੀਟੀਸ਼ੀਅਨ ਤਾਂ ਠੀਕ ਹੈ ਲਾਤੇ, ਉਹਨਾਂ ਦਾ ਹੱਕ ਵੀ ਬਣਦਾ, ਉਹਦੇ 'ਚ ਵੀ ਉਹ ਕਹਿੰਦਾ ਮੈਂ ਕਿਸੇ ਦੀ ਐਡਵਾਈਸ ਨਹੀਂ ਮੰਨਦਾ ਹੈ ਜੀ। ਕਿੰਨੇ ਐਡਵਾਈਜ਼ਰ ਲਾਏ ਹੋਏ ਨੇ, ਕਿੰਨਾ ਖਰਚਾ ਹੈ। ਦੁੱਲੋ ਸਾਹਿਬ ਇੱਕ ਸਵਾਲ ਹੈ ਕਿ ਤੁਸੀਂ ਖੁੱਲ੍ਹ ਕੇ ਲੱਗਦਾ ਕੋਈ ਸਿਸਟਮ ਦੇ ਨਾਲ ਪੰਜਾਬ ਦਾ ਸਿਸਟਮ ਕਲੈਪਸ ਹੋ ਜਾਵੇ, ਉਧਰ ਨੂੰ ਕੈਪਟਨ ਸਾਹਿਬ ਵਧੇ ਹੋਏ ਕਿ ਜਾਂਦਾ ਹੋਇਆ ਮੈਂ ਕੋਈ ਕਰਕੇ ਜਾਵਾਂ ਜੀ। ਕਾਰਗੁਜ਼ਾਰੀ ਹੁਣ 3.5 ਸਾਲ ਦੀ ਕਿਵੇਂ ਹੈ ਕਾਂਗਰਸ ਸਰਕਾਰ ਦੀ? ਕਾਰਗੁਜ਼ਾਰੀ ਕਿਵੇਂ ਹੈ? ਤਾਂ ਪੰਜਾਬ ਦੇ ਲੋਕ ਦੱਸਣਗੇ, ਪੰਜਾਬ ਦੇ ਲੋਕ ਦੱਸਣਗੇ। ਮੈਂ ਕੀ ਕਿਸੇ ਨੂੰ ਸਰਟੀਫਿਕੇਟ ਦੇ ਸਕਦਾ? ਤੁਹਾਨੂੰ ਕੀ ਲੱਗਦਾ? ਇਹ ਤਾਂ ਪੰਜਾਬ ਦੇ ਲੋਕ, ਸਾਡਾ ਗ੍ਰਾਫ ਥੱਲੇ ਜਾ ਰਿਹਾ, ਵਰਕਰ ਨਿਰਾਸ਼ ਹੈ। ਜਿਹੜੀ ਕੰਪਨੀ ਦਾ ਫੌਜ ਦੇ ਸਿਪਾਹੀ ਨਾਰਾਜ਼ ਹੋਣ, ਉਹ ਲੜਾਈ ਕਦੇ ਜਿੱਤ ਸਕਦੇ ਨੇ? ਕਿਹੜੀ ਗੱਲੋਂ ਨਾਰਾਜ਼ ਨੇ? ਤੁਸੀਂ ਦੇਖੋ ਵਰਕਰਾਂ ਨੂੰ ਦੀ ਕੋਈ ਪੁੱਛ ਪੜਤਾਲ ਨਹੀਂ, ਕੋਈ ਮਿਲਣਾ ਨਹੀਂ, ਗਿਲਣਾ ਨਹੀਂ। ਸਰਕਾਰੇ ਦੇ ਦੁਆਰੇ ਆਮ ਇਹਨਾਂ ਨੇ ਦੇਖੋ ਦਮਦਮਾ ਸਾਹਿਬ 'ਚ ਗਿਆ ਸੀ, ਕਰਪਸ਼ਨ, ਤਹਿਸੀਲਾਂ 'ਚ ਕਰਪਸ਼ਨ, ਜ਼ਿਲ੍ਹਿਆਂ 'ਚ ਸਭ ਕੁਝ ਹੀ ਚੱਲਦਾ। ਬਿਨਾਂ ਪੈਸੇ ਤੋਂ ਤਾਂ ਕੰਮ ਹੀ ਨਹੀਂ ਹੁੰਦਾ ਕਿਸੇ ਦਾ। ਅੱਗੇ ਲੀਡਰਾਂ ਦੀ ਵੈਲਿਊ ਹੁੰਦੀ ਸੀ ਜੀ, ਵੈਲਿਊ ਹੁੰਦੀ ਸੀ, ਜਿਹੜਾ ਅਫਸਰ ਹੁੰਦਾ ਸੀ। ਹੁਣ ਤਾਂ ਥਾਣੇਦਾਰ ਵੀ MLA ਦੇ ਕਹੇ 'ਤੇ ਲੱਗਦਾ, DSP ਵੀ ਲੱਗਦਾ ਹੈ ਜੀ, ਤਹਿਸੀਲਦਾਰ ਵੀ, ਈਵਨ ਪਟਵਾਰੀ ਵੀ ਹੁਣ ਇਹਨਾਂ ਦੇ ਕਹੇ 'ਤੇ ਹੀ ਲੱਗਦੇ ਨੇ। ਤੁਹਾਨੂੰ ਉਮੀਦ ਹੈ ਕਿ ਜਿਹੜੇ 121 ਲੋਕਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਇਨਸਾਫ ਮਿਲੂਗਾ? ਕਿਉਂਕਿ ਕੈਪਟਨ ਸਾਹਿਬ ਗਏ ਸੀਗੇ, 5-5 ਲੱਖ ਦਾ ਮੁਆਵਜ਼ਾ ਹੋ ਗਿਆ, ਸਰਕਾਰੀ ਨੌਕਰੀ ਦਾ ਐਲਾਨ ਕਰਤਾ, ਪੱਕੇ ਘਰ ਕਹਿੰਦੇ ਬਣਾ ਦਾਂਗੇ। ਦੇਖੋ ਗਏ ਨੇ, ਚੰਗੀ ਗੱਲ ਕੀਤੀ ਹੈ, ਗਏ, ਦੇਰ ਆਏ ਦਰੁਸਤ ਆਏ ਜੀ, ਚੰਗਾ ਨਿਕਲੇ ਉਹ, ਕਿਉਂਕਿ ਰੌਲਾ ਪੈ ਗਿਆ। ਜ਼ਿੰਮੇਵਾਰੀ ਬਣਦੀ ਸੀ ਮੁੱਖ ਮੰਤਰੀ ਦੀ, ਅਕਾਊਂਟੇਬਿਲਟੀ ਹੈ ਜੀ, ਗਏ ਨੇ, ਕਰਕੇ ਆਏ ਨੇ, ਚੰਗੀ ਗੱਲ ਹੈ। ਔਰ ਮੈਨੂੰ ਅਸੀਂ ਇਹ ਵੀ ਕਹਾਂਗੇ ਕਿ ਜਲਦੀ ਉਹ ਗਰੀਬਾਂ ਦੀ ਕੰਮ ਕਰੇ। ਇਹ ਤਾਂ ਜਿਹੜੇ ਮਰੇ ਨੇ, ਕਈ ਮਰਨ ਵਾਲੇ ਪਏ ਨੇ, ਅੱਖਾਂ ਦੀ ਰੌਸ਼ਨੀ ਚਲੇਗੀ, ਕਈਆਂ ਦੀ ਅੰਨੇ ਹੋ ਗਏ, ਕਈਆਂ ਦੀਆਂ ਕਿਡਨੀਆਂ ਫੇਲ ਹੋ ਜਾਣੀਆਂ, ਜ਼ਹਿਰ ਪੀਤੀ ਹੈ, ਉਹ ਵੈਸੇ ਹੀ ਮਰ ਗਏ, ਨਕੰਮੇ ਹੋ ਗਏ। ਉਹ ਰੋਜ਼ ਕਹਿਣਗੇ ਸਾਨੂੰ ਮੌਤ ਮਿਲ ਜਵੇ, ਇਹ ਤਾਂ ਕਿਹਨਾਂ ਮਰ ਗਏ ਦੁੱਲੋ ਸਾਹਿਬ, ਪਰ ਪਾਉਚ ਪੀ ਕੇ ਜੀ। ਉਹ ਜਿਹੜੇ ਹੁਣ ਘਰਾਂ 'ਚ ਰਹਿ ਗਏ, ਨਕੰਮੇ ਹੋ ਗਏ, ਕੰਮ ਉਹਨਾਂ ਤੋਂ ਹੋਣਾ ਨਹੀਂ। 350 ਬੰਦਾ ਹੈ, ਉਹਨਾਂ ਬਾਰੇ ਵੀ ਮੈਂ ਕਹਾਂਗਾ ਜੀ ਕਿ CM ਸਾਹਿਬ ਉਹਨਾਂ ਬਾਰੇ ਕੁਝ ਬੋਲੇ ਨਹੀਂ, ਉਹਨਾਂ ਦੀ ਵੀ ਮਦਦ ਕਰਨ। ਦੁੱਲੋ ਸਾਹਿਬ ਠੀਕ ਹੈ, ਮੁਆਵਜ਼ਾ ਦੇਣ, ਠੀਕ ਹੈ, ਉਹਨਾਂ ਦੀ ਤਾਂ ਮਦਦ ਹੋਗੀ, ਪਰ ਜਿਹੜਾ ਜ਼ਿੰਮੇਵਾਰ ਹੈ 302 ਦਾ, ਜਿਹਦੇ ਪਰ ਮੰਗ ਕੀਤੀ ਜਾ ਰਹੀ ਹੈ ਕਿ ਕਤਲ, ਆਪ ਕੈਪਟਨ ਸਾਹਿਬ ਕਹਿੰਦੇ ਨੇ ਕਿ ਕਤਲ ਹੋਏ ਨੇ, ਉਹ ਕਤਲ ਜਿਹਨੇ ਕੀਤੇ ਨੇ ਉਹਨਾਂ ਨੂੰ ਤਾਂ ਫੜੋ ਨਾ। ਅਸੀਂ ਰੌਲਾ ਕਾਹਦਾ ਪਾਉਂਦੇ ਆ? ਅਸੀਂ ਕਹਿੰਦੇ ਹਾਂ ਸੋਰਸ, ਜਿਨ੍ਹਾਂ ਦੀ ਜੇਬਾਂ 'ਚ ਕਰੋੜਾਂ ਰੁਪਇਆ ਜਾਂਦਾ ਹੈ, ਚੂਨਾ ਨਹੀਂ ਲੱਗਦਾ। ਪੰਜਾਬ ਦੇ ਫਾਈਨੈਂਸ ਨੂੰ ਡਾਕਾ ਪੈਂਦਾ ਹੈ। ਇਹ ਡਾਕੂ ਕੌਣ ਨੇ? ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਪਲਾਂਟ ਲਾਏ ਨੇ, ਉਹ ਕਰੋੜਾਂ ਰੁਪਏ ਉਹਨਾਂ ਦੀ ਜੇਬਾਂ 'ਚ। ਇੱਕ ਪਲਾਂਟ ਲਾਉਣ ਵਾਲੇ ਕੌਣ ਹੈ? ਕਰੋੜਾਂ ਰੁਪਏ ਖਰਚਣ ਵਾਲੇ ਕੌਣ ਹੈ? ਕਰੋੜਾਂ ਰੁਪਏ ਜਿਨ੍ਹਾਂ ਦੀ ਜੇਬਾਂ 'ਚ ਜਾਂਦਾ ਹੈ,
ਉਹਨਾਂ ਨੂੰ ਤਾਂ ਹੱਥ ਹੀ ਨਹੀਂ ਪਾ ਰਹੀ। ਕਿਆ ਮਜਬੂਰੀ ਹੈ ਮੁੱਖ ਮੰਤਰੀ ਸਾਹਿਬ ਦੀ, ਕਿਉਂ ਨਹੀਂ ਹੱਥ ਪਾਉਂਦਾ? ਦਾਲ 'ਚ ਕੋ ਕਾਲਾ ਕਾਲਾ ਲੱਗਦਾ। ਸਿਆਸੀ ਲੋਕ ਨੇ ਦਾਲ 'ਚ ਕਾਲਾ, ਕਿਉਂਕਿ ਬਿਨਾਂ ਪਾਵਰਫੁਲ ਬੰਦੇ ਦੀ ਥਾਪੜੇ ਤੋਂ ਬਿਨਾਂ ਇਹ ਸਮਗਲਿੰਗ ਨਹੀਂ ਹੋ ਸਕਦੀ। ਇੰਟਰ ਸਟੇਟ ਸਮਗਲਿੰਗ ਹੈ। ਔਰ ਜਿੱਥੋਂ ਤੱਕ ਅਸੀਂ ਇਨਕੁਆਇਰੀ ਮੰਗੀ ਹੈ ਜੁਡੀਸ਼ੀਅਲ, ਅਸੀਂ SIT ਨੂੰ ਨਹੀਂ ਮੰਨਦੇ। SIT ਤਾਂ ਇਹਨਾਂ ਦੇ ਆਪਣੇ ਬੰਦੇ ਆ ਜੀ। ਔਰ ਮੈਂ ਰੀਸੈਂਟਲੀ ਦਾ ਇਹ ਜਿਹੜੀ ਸ਼ਰਾਬ ਹਰਿਆਣੇ 'ਚ ਗਈ ਹੈ, ਕੱਲ ਹਰਿਆਣੇ ਦੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸ਼ੈਲਜਾ ਕੁਮਾਰੀ ਸ਼ੈਲਜਾ ਜੀ ਔਰ ਸੂਰਜੇਵਾਲਾ ਜਿਹੜਾ ਸਪੋਕਸਮੈਨ ਹੈਗਾ ਜੀ, ਉਹਨੇ ਮੰਗੀ ਹੈ ਕਿ ਹਾਈ ਕੋਰਟ ਦੇ ਜੱਜ ਤੋਂ ਜਿਹੜੀ ਇਹ ਸਮਗਲਿੰਗ ਹੈ, ਮੈਂ ਸੁਨੀਲ ਨੂੰ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਜੀ ਕਿ ਇਹ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਪੰਜਾਬ ਵਾਲਾ, ਇਹ ਅਪੋਜ਼ ਕਰਦਾ ਹੈ, ਇਹ ਸਮਗਲਰਾਂ ਦੀ ਮਦਦ ਕਰਦਾ ਹੈ ਜੀ। ਉੱਥੇ ਦੀ ਜਿਹੜੀ ਕਾਂਗਰਸ ਦੀ ਪ੍ਰਧਾਨ ਹੈ ਹਰਿਆਣੇ ਦੀ, ਔਰ ਜਿਹੜਾ ਸੂਰਜੇਵਾਲਾ ਹੈ ਆਪਣਾ ਸਪੋਕਸ ਪਰਸਨ ਹੈ, ਬਿਲਕੁਲ, ਉਹ ਕਹਿੰਦਾ ਵੀ ਇਹ ਹਾਈ ਕੋਰਟ ਦੇ ਜੱਜ ਤੇ ਜੁਡੀਸ਼ੀਅਲ ਇਨਕੁਆਇਰੀ ਹੋਵੇ। ਹਰਿਆਣੇ 'ਚ ਉਹ ਮੰਗ ਕਰ ਰਿਹਾ, ਇਹ ਸਮਗਲਿੰਗ ਹੋਈ ਹੈ। ਦੁੱਲੋ ਸਾਹਿਬ, ਪੰਜਾਬ ਦੇ ਲੋਕਾਂ ਲਈ ਦਰਦ ਹੈ, ਕਾਂਗਰਸ ਲਈ ਦਰਦ ਹੈ, ਜਾਂ ਫਿਰ ਸੁਨੀਲ ਜਾਖੜ ਤੇ ਕੈਪਟਨ ਸਾਹਿਬ ਦੇ ਨਾਲ ਤੁਹਾਡੀ ਬਹੁਤੀ ਅੰਡਰਸਟੈਂਡਿੰਗ ਸਹੀ ਨਹੀਂ ਰਹੇਗੀ, ਇਸ ਕਰਕੇ ਵਿਰੋਧ ਹੈ? ਸਾਡੀ ਕਾਹਦੀ ਉਹਦੇ ਨਾਲ ਕੋਈ ਪਰਸਨਲ ਲੜਾਈ ਹੈ? ਸਾਡੀ ਜ਼ਮੀਨ ਦਾ ਰੌਲਾ ਹੈ। ਜਿਹਦੀ ਜ਼ਮੀਨ ਆਪਸ 'ਚ ਬਰਤਨ ਸਾਂਝੀ, ਉਹਨਾਂ ਦਾ ਰੌਲਾ, ਉਹ ਸਾਡਾ ਦਾ ਦੁਸ਼ਮਣ ਨਹੀਂ ਜੀ। ਅਸੀਂ ਤਾਂ ਵਰਕਰ ਹੈ, ਇਹ ਮੈਨੂਪੂਲੇਟਰ ਹੈ, ਇਹ ਤਾਂ ਹਵਾ ਉੱਪਰੋਂ ਆਏ ਹੋਏ ਨੇ ਛਤਰੀ ਨਾਲ ਜੀ। ਕਾਂਗਰਸ 'ਚ ਕੈਪਟਨ ਦਾ ਕੀ ਰੋਲ ਹੈ? ਕਿਹੜੀ ਕੁਰਬਾਨੀ ਕੈਪਟਨ ਨੇ ਕੀਤੀ ਹੈ? ਕੈਪਟਨ ਤਾਂ ਸਮਾਂ ਤੇ ਜਦੋਂ ਛੁਰਾ ਮਾਰ ਕੇ ਗਿਆ ਕਾਂਗਰਸ 'ਚ, ਪਹਿਲਾਂ ਵੀ ਇਹ 69 'ਚ ਆਜ਼ਾਦ ਲੜਿਆ ਹੈ, ਕਾਂਗਰਸ ਦੇ ਖਿਲਾਫ ਲੜਿਆ, ਔਰ 5 ਅਕਾਲੀ ਦਲਾਂ 'ਚ, ਪਹਿਲਾਂ ਬਾਦਲ ਅਕਾਲੀ ਦਲ, ਲੌਂਗੋ ਦਾ, ਫਿਰ ਇਹਨੇ ਆਪਣਾ ਪੰਥਕ ਅਕਾਲੀ ਦਲ ਬੜੇ ਪੜਾਏ। ਕਾਂਗਰਸ 'ਚ ਕੀ ਕੀਤਾ ਸੀ? ਜਦ ਬਿਜਲੀ ਪੈਂਸੀ ਸੀ, ਅਸੀਂ ਬਿਆਨ ਸਿੰਘ, ਸੰਤੋਖ ਸਿੰਘ ਰੰਧਾਵਾ, KP ਵਗੈਰਾ ਹੋਰ ਜਿਹੜੇ ਅਸੀਂ ਲੀਡਰ ਨੇ, ਅਸੀਂ ਤਾਂ ਅੱਤਵਾਦ ਦੇ ਖਿਲਾਫ ਲੜਦੇ ਤੇ। ਇਹ ਪਿੰਡ ਰਾਣੇ ਨਾਲ ਬਹਿੰਦਾ ਸੀ ਜਾ ਕੇ। ਪਰ ਦੁੱਲੋ ਸਾਹਿਬ, ਪਾਰਟੀ ਹਾਈ ਕਮਾਂਡ ਨਹੀਂ ਬਣਾਇਆ ਨਾ ਕੈਪਟਨ ਸਾਹਿਬ ਨੂੰ ਵੀ ਤਾਂ ਨਾ। ਇਹਨਾਂ ਦੀ ਦੇਣ ਕੀ ਹੈ? ਸਾਡੀ ਕੋਈ ਪਰਸਨਲ ਨਹੀਂ ਹੈ। ਅਸੀਂ ਯਾਰ, ਅਸੀਂ ਸਾਡਾ ਕੋਈ ਬਿਜ਼ਨਸ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ। ਅਸੀਂ ਜਾਇਦਾਦਾਂ ਬਣਾਉਣ ਲਈ ਨਹੀਂ ਆਏ ਇਹਦੇ 'ਚ ਪੋਲਿਟਿਕਸ 'ਚ। ਅਸੀਂ ਤਾਂ ਲੋਕਾਂ ਦੇ ਅੰਬੇਦਕਰ ਦੀ ਸੋਚ ਹੈ ਸਾਡੀ ਜੀ, ਸਾਡੀ ਪ੍ਰੋਗਰੈਸਿਵ ਸੋਚ ਹੈ। ਅੰਬੇਦਕਰ ਦੇ ਅਸੀਂ ਫਾਲੋਅਰ ਹਾਂ। ਠੀਕ ਹੈ ਦੁੱਲੋ ਸਾਹਿਬ, ਇਹ 4 ਦਿਨ ਦਾ ਰੌਲਾ ਹੈ ਜਾਂ ਇਹਨੂੰ ਕਿਤੇ ਤਣ ਪੱਤਣ ਵੀ ਲਾਉਂਗੇ ਇਸ ਗੱਲ ਨੂੰ? 4 ਦਿਨ ਦੀ ਬਿਆਨਬਾਜ਼ੀ ਹੈ ਜਾਂ ਇਹਨੂੰ ਸਿਰੇ ਵੀ ਲਾਉਂਗੇ ਗੱਲ ਨੂੰ ਕਿ ਕਾਰਵਾਈ ਹੋਵੇ? ਦੇਖੋ, ਸਾਡਾ ਕੰਮ ਹੈ ਜਗਾਉਣਾ ਜੀ, ਕਿਉਂਕਿ ਉਹ ਤਾਂ ਮਹਿਲ 'ਚੋਂ ਨਹੀਂ ਨਿਕਲਦਾ, ਉਹ ਤਾਂ ਅੰਦਰ ਰਹਿੰਦਾ ਹੈ, ਕਿਲ੍ਹੇਬੰਦੀ 'ਚ ਰਹਿੰਦਾ। ਅਸੀਂ ਤਾਂ ਰੋਜ਼ 2-3 ਭੋਗ ਵੀ ਅਟੈਂਡ ਕਰੇ ਆਉਣੇ ਆ। ਕਹਿੰਦੇ ਕਰੋਨਾ ਹੈ। ਅਸੀਂ ਤਾਂ ਸੋਸ਼ਲ ਫੰਕਸ਼ਨ 'ਚ ਵੀ ਜਾਏ ਆਉਣੇ ਆ। ਅਸੀਂ ਤਾਂ ਲੋਕਾਂ ਦੀਆਂ ਗੱਲਾਂ, ਲੋਕ ਜੋ ਮਹਿਸੂਸ ਕਰਦੇ ਆ, ਉਹ ਅਸੀਂ ਇਹਨਾਂ ਨੂੰ ਪਹੁੰਚਾਉਣੇ ਚਿੱਠੀਆਂ ਜੀ। ਉਹ ਸੁਣਨ ਨੂੰ ਰਾਜੀ ਨਹੀਂ। ਇਸ ਲਈ ਜਵਾਬ ਦੇ ਤਾਂ ਅਸੀਂ ਹੈ। ਅਸੀਂ, ਕਿਉਂਕਿ ਅਸੀਂ ਪਬਲਿਕ 'ਚ ਰਹਿਣਾ ਹੈ ਜੀ, ਇੱਥੇ ਹੀ ਰਹਿਣਾ ਹੈ। ਇਹਨਾਂ ਨੇ ਪਤਾ ਨਹੀਂ ਕਿੱਧਰ ਜਾਣਾ ਹੈ। ਨੁਕਸਾਨ ਕਿਹਦਾ ਇਹਦੇ ਨਾਲ? ਪਾਰਟੀ ਦਾ ਕੰਮ ਇਹਨਾਂ ਨੂੰ। ਇਹ ਤਾਂ ਆਪਣੀ ਗਰੀਬੀ ਦੂਰ ਕਰਨ ਆਏ ਹੋਏ ਨੇ। ਜਿਹੜੀ ਲੁੱਟ ਪਈ ਹੋਈ ਹੈ, ਲੁੱਟ ਨਹੀਂ, ਡਾਕੇ ਪੈ ਰਹੇ ਨੇ ਪੰਜਾਬ ਦੇ ਖਜ਼ਾਨੇ ਤੇ। ਪੰਜਾਬ ਦੇ ਲੋਕਾਂ ਨੂੰ ਦੇ ਨਾਲ ਵਿਸ਼ਵਾਸਘਾਤ ਹੋਇਆ। ਨਾ ਇੰਪਲਾਇਮੈਂਟ ਦਿੱਤੀ, ਨਾ ਪੈਨਸ਼ਨਾਂ ਦਿੱਤੀਆਂ, ਨਾ ਸ਼ਗਨ ਸਕੀਮ, ਨਾ ਪੱਕੇ ਘਰ ਦਿੱਤੇ, ਨਾ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ, ਕਰਜ਼ੇ ਮਾਫ ਨਹੀਂ ਕੀਤੇ। ਕੀ ਦੱਸਾਂ ਮੈਂ? 462 ਵਾਅਦੇ ਕਹਿੰਦੇ ਨੇ ਪੂਰੇ ਕਰਤੇ, ਕਹਿੰਦੇ ਮੈਨੀਫੈਸਟੋ 'ਚੋਂ। ਯਾਰ, ਅੱਖਾਂ ਤੇ ਘੱਟਾ ਪਾ ਰਹੇ ਆ ਲੋਕਾਂ ਦੇ। ਕਿਹੜੇ ਵਾਅਦੇ ਕੀਤੇ? ਨੌਕਰੀ ਕਿਹਨੂੰ ਦਿੱਤੀ? ਜਾਓ ਕਿਸੇ ਪਿੰਡ 'ਚ ਤੁਸੀਂ ਇੰਡੀਪੈਂਡੈਂਟ ਇਨਕੁਆਇਰੀ ਕਰੋ, ਉਹਨਾਂ ਨੂੰ ਪੁੱਛੋ ਪਿੰਡ ਵਾਲਿਆਂ ਨੂੰ ਕਿੰਨੇ ਮੁੰਡਿਆਂ ਨੂੰ ਨੌਕਰੀ ਮਿਲੀ ਹੈ। ਆ ਜਿਹੜੇ ਮੇਲੇ ਮੂਲੇ ਲਾ ਰਹੇ ਨੇ, ਕਾ ਹੁਣ ਲਾਉਂਦੇ ਨੇ। ਇੱਕ ਪਾਸੇ ਤਾਂ ਦੇਖੋ, ਮੈਂ ਅੱਜ ਵੀ ਪੜ੍ਹਿਆ, ਅੱਜ ਪੰਨੂ ਦਾ ਬਿਆਨ ਸੀ ਐਗਰੀਕਲਚਰ ਮਹਿਕਮੇ ਦੇ ਵਿੱਚੋਂ, ਉਹਨਾਂ 'ਚੋਂ ਹੈ ਜੀ, ਜਲ ਸਰੋਤ ਮਹਿਕਮਾ, ਉਹ 'ਚ ਪੋਸਟਾਂ ਹੀ ਖਤਮ ਕਰ ਰਹੇ ਨੇ। ਕਹਿੰਦੇ ਪੋਸਟਾਂ ਖਤਮ ਕਰ ਰਹੇ ਹੈ। ਇੱਕ ਪਾਸੇ ਪੋਸਟਾਂ ਖਤਮ, ਦੂਸਰੇ ਪਾਸੇ ਇੱਕ ਮੰਤਰੀ ਦਾ ਬਿਆਨ ਆਉਂਦਾ ਕਿ ਅਸੀਂ ਰੁਜ਼ਗਾਰ ਮੇਲਾ ਲਾਉਣਾ। ਮੈਨੂੰ ਦੱਸ ਦਿਓ, ਹੈ ਨਹੀਂ ਅੱਖਾਂ ਘੱਟਾ ਪਾਉਣ ਵਾਲੀ ਗੱਲ ਜੀ। ਦੁੱਲੋ ਸਾਹਿਬ, ਇੱਕ ਸਵਾਲ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਹੈ ਉਹ ਡਾਊਨਫਾਲ ਦੇ ਵੱਲ ਹੈ ਵੱਖ-ਵੱਖ ਸਟੇਟਸ ਦੇ ਵਿੱਚ, ਤੇ ਹੁਣ ਪੰਜਾਬ ਦੇ ਵਿੱਚ ਕਾਂਗਰਸ ਦਾ ਕੀ ਭਵਿੱਖ ਦੇਖਦੇ ਹੋ ਤੁਸੀਂ? ਅਸੀਂ ਭਵਿੱਖ ਬਚਾਉਣ ਲਈ ਲੱਗੇ ਹੋਏ ਹਾਂ।
ਉਹ ਤਾਂ ਆਪਣੀ ਗਰੀਬੀ ਦੂਰ ਕਰ, ਗਰੀਬੀ ਤਾਂ ਹੈ ਨਹੀਂ, ਗਰੀਬੀ ਤਾਂ ਹੁਣ ਬਹੁਤ, ਕਿਉਂਕਿ ਕਾਫੀ ਟਾਈਮ ਤੋਂ ਦੋ ਮੁੱਖ ਮੰਤਰੀ ਰਹਿ ਗਏ, ਪਹਿਲਾਂ ਆਪਾਂ ਸਾਰੇ ਹੀ ਜਾਣਦੇ ਆ ਕੀ ਹਾਲਤ ਸੀ, ਜੀ ਫਾਈਨੈਂਸ਼ੀਅਲ ਪੋਜੀਸ਼ਨ ਇਹਨਾਂ ਦੀ ਕੀ ਸੀ, ਅੱਜ ਕੀ ਹੈ ਜੀ, ਉਹ ਇਹ ਭੁੱਖ ਜਾਂਦੀ ਨਹੀਂ ਹੈ। ਔਰ ਉਹ ਸਾਨੂੰ ਤਾਂ ਅਫਸੋਸ ਹੈ ਵੀ ਜਾਖੜ ਜਿਹੜਾ ਇਹ 2 ਸਾਲ ਚੁੱਪ ਰਿਹਾ, ਕਿਉਂ ਬੋਲਦਾ, ਕਿਹੜੀ ਕੈਪਟਨ ਸਾਹਿਬ ਨੇ ਇਹਨੂੰ ਗਿੱਦੜ ਸਿੰਘ ਜੀ ਸਗਾਤੀ, ਇਹ ਸਮਗਲਰਾਂ ਦੀ ਮਦਦ ਕਰਨ ਲੱਗ ਗਿਆ। ਇਹ ਵੀ ਮੈਨੂੰ ਲੱਗਦਾ ਕੋ ਦਾਲ ਚ ਕਾਲਾ ਕਾਲਾ। ਠੀਕ ਹੈ, ਚਲੋ, ਪਰ ਬਹੁਤੇ ਲੀਡਰ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਹੋ ਗਏ, ਤੁਸੀਂ ਹੋ ਗਏ, ਹੋਰ ਕੋਈ ਕਿਤੇ ਸੁਣਿਆ ਨਹੀਂ ਬਹੁਤਾ ਵੀ ਆਪਣੀ ਪਾਰਟੀ ਨੂੰ ਲੈ ਕੇ ਇਸ ਤਰ੍ਹਾਂ ਬੋਲੇ ਤੇ ਸੱਚ ਸਾਹਮਣੇ ਲਿਆਵੇ। ਗੱਲ ਇਹ ਹੈ ਆਪਣੀਆਂ, ਹੁਣ ਮੈਂ ਜਿਹੜੀ ਪਹਿਲਾਂ ਗੱਲ ਚੁੱਕਿਆ ਹੈ, ਜਿਹੜੇ ਟ੍ਰੈਡੀਸ਼ਨਲ ਕਾਂਗਰਸੀ ਤੀ ਕਰਵਾਨੀ ਵਾਲੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਉਸ ਤੋਂ ਬਾਅਦ, ਉਹਨਾਂ ਨੂੰ ਤਾਂ ਟਿਕਟਾਂ ਹੀ ਨਹੀਂ ਦਿੱਤੀਆਂ ਜੀ। ਪ੍ਰੋਫੈਸ਼ਨਲ ਮਾਫੀਆ ਟਾਈਪ ਲੋਕ, ਪੈਸੇ ਵਾਲੇ ਜਿਹੜੇ ਸਾਡੇ ਕਾਂਗਰਸ ਦੇ ਇੰਚਾਰਜ ਦੇ ਸਟੇਟ ਦੇ, ਉਹਨਾਂ ਨਾਲ ਰਲ ਮਿਲ ਕੇ ਕਰੋੜਾਪਤੀ ਬੰਦਿਆਂ ਨੂੰ ਜਾਂ ਰਿਟਾਇਰਡ ਅਫਸਰਾਂ ਨੂੰ MP ਦੀ MLA ਦੀਆਂ ਟਿਕਟਾਂ, ਪੈਸੇ ਵਾਲੇ, ਕਿਉਂਕਿ ਅਫਸਰਾਂ ਕੋਲ ਪੈਸਾ ਬੜਾ ਹੁੰਦਾ, ਰਿਸ਼ਵਤ ਬੜੀ ਖਾਧੀ ਹੁੰਦੀ ਹੈ ਇਹਨਾਂ ਨੇ, ਉਹ ਲੱਭ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ। ਔਰ ਸਕੂਲ ਕਾਲਜ ਸੀਟਾਂ 'ਤੇ ਜ਼ਿਆਦਾ ਇਹ ਕੰਮ ਹੋਇਆ। ਉੱਥੇ ਜਿਹੜੇ ਵਿਚਾਰੇ ਵਰਕਰ ਸੀ ਉਹਨਾਂ ਨੂੰ ਮਾਰਤਾ, ਅਫਸਰ ਲਿਆਂਦੇ, ਪੈਸੇ ਕਰੋੜਾਪਤੀ ਹੈਗੇ ਨੇ, ਹੈ ਜੀ। ਦੁੱਲੋ ਸਾਹਿਬ, ਫਿਰ ਤੁਸੀਂ ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ ਦੱਸਦੇ ਨਹੀਂ ਇਹ ਸਾਰੀਆਂ ਗੱਲਾਂ ਕਿ ਆਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ? ਨਹੀਂ, ਅਸੀਂ ਅਰੇਂਜ ਕੀਤੀ ਹੈ, ਗੱਲਾਂ ਅਰੇਂਜ ਕਰਦੇ ਰਹੇ। ਮੈਂ ਇਲੈਕਸ਼ਨ ਅਥਾਰਟੀ ਆਫ ਇੰਡੀਆ ਦਾ ਮੈਂਬਰ ਰਿਹਾ ਜੀ, ਉਹ 4 ਮੈਂਬਰ ਹੁੰਦੇ, ਮੈਂ ਉੱਥੋਂ ਵਲੰਟਰੀ ਆ ਗਿਆ ਬਾਹਰ, ਤੇ ਮੈਂ ਲਿਖਤਾ ਵੀ ਮੈਂ ਆਪਟ ਆਊਟ ਕਰਨਾ ਇਸ ਕਮੇਟੀ ਦੇ ਵਿੱਚੋਂ ਡਿਊ ਟੂ ਪਰਸਨਲ ਰੀਜ਼ਨ। ਚਲੋ, ਜਾਂਦੇ ਦੁੱਲੋ ਸਾਹਿਬ, ਪੰਜਾਬ ਦੇ ਲੋਕਾਂ ਨੂੰ, ਕਾਂਗਰਸ ਦੇ ਵਰਕਰਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਉਹਨਾਂ ਨੂੰ ਤਾਂ ਮੈਂ ਕੀ ਕਹੇ, ਮੈਂ ਤਾਂ ਸੰਦੇਸ਼ ਦੇ ਕੇ ਦੇ ਸਕਦੇ ਆ ਜੀ। ਕੈਪਟਨ ਨੂੰ ਕੀ ਸੰਦੇਸ਼ ਦੇਣਾ ਮੈਂ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਅਪੀਲ ਕਰੂੰਗਾ ਜੀ, ਕਾਂਗਰਸ ਵਰਕਰਾਂ ਨੂੰ ਕਹੂੰਗਾ ਜੀ ਕਿ ਕਾਂਗਰਸ ਵਰਕਰ ਜਿਹੜੇ ਨੇ, ਜਿਹੜੇ ਵਿਚਾਰੇ ਜਿਨ੍ਹਾਂ ਦੇ ਮਨ 'ਚ ਕਾਂਗਰਸ ਹੈ, ਕਾਂਗਰਸ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਪਰਿਵਾਰਾਂ ਨੇ, ਬਜ਼ੁਰਗਾਂ ਨੇ, ਉਹਨਾਂ ਨੂੰ ਅਪੀਲ ਕਰੂੰਗਾ ਕਿ ਚੁੱਪ ਕਰਕੇ ਨਾ ਬੈਠੋ। ਕਾਂਗਰਸ ਦੇ ਵਿੱਚ ਜੇ ਗਲਤ ਕੰਮ ਹੁੰਦਾ ਹੈ, ਜੇ ਸਮਗਲਿੰਗ ਹੁੰਦੀ ਹੈ, ਜੇ ਮਾਫੀਆ ਲੋਕ, ਜੇ ਲੀਡਰ ਗਲਤ ਆਉਂਦੇ ਨੇ, ਤਾਂ ਉਹਨਾਂ ਦਾ ਉਹਨਾਂ ਦਾ ਵਿਰੋਧ ਕਰੋ। ਜਿਹੜੇ ਕਾਂਗਰਸ ਦੇ ਵਿੱਚ ਐਸਾ ਐਲੀਮੈਂਟ ਹੈ, ਸਮਗਲਰ ਹੈ ਜੀ, ਉਹਦੀ ਬੁਰਾਈਆਂ ਨੇ, ਕਾਂਗਰਸ ਨੂੰ ਬਦਨਾਮ ਕਰਦਾ ਹੈ, ਕਾਂਗਰਸ ਦਾ ਗ੍ਰਾਫ ਨੀਚੇ ਜਾਂਦਾ ਹੈ। ਤੁਸੀਂ ਕਾਂਗਰਸ ਵਰਕਰਾਂ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਆਪਣੀ ਜ਼ਮੀਰ ਦੇ ਨਾਲ ਦਬ ਕੇ ਨਾ ਬੈਠੋ, ਚੁੱਪ ਕਰਕੇ ਨਾ ਬੈਠੋ। ਇੱਕ ਪਾਸੇ ਤੁਸੀਂ ਰੌਲਾ ਪਾਉਣਾ ਵੀ ਸਾਡੀ ਕੋਈ ਪੁੱਛ ਨਹੀਂ, ਪਰਸੀਸ ਨਹੀਂ, ਦੂਸਰੇ ਪਾਸੇ ਚੁੱਪ ਕਰਨਾ ਵੀ ਇੱਕ ਗੁਨਾਹ ਹੈ ਜੀ। ਇਹਨਾਂ ਨੂੰ ਚਾਹੀਦਾ ਵਰਕਰਾਂ ਨੂੰ ਕਿ ਬੁਰਾਈ ਦੇ ਖਿਲਾਫ, ਮਾਫੀ ਦੇ, ਸਮਗਲਿੰਗ ਦੇ ਖਿਲਾਫ, ਗਲਤ ਲੀਡਰਾਂ ਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦਾ ਵਿਰੋਧ ਕਰਨ ਜੀ। ਔਰ ਨਾਲ ਮੈਂ ਵੋਟਰਾਂ ਨੂੰ ਵੀ ਕਹੂੰਗਾ, ਇਹਦੇ ਲਈ ਵੋਟਰ ਵੀ ਜ਼ਿੰਮੇਵਾਰ ਆ ਸਾਡੇ। ਮਾਫ ਕਰਨਾ, ਇਹ ਜਿਹੜੇ ਪ੍ਰੋਫੈਸ਼ਨਲ ਮਾਫੀਆ ਟਾਈਪ ਲੋਕ ਆ ਗਏ ਨੇ, MLA ਚਾਹੇ ਕਿਸੇ ਪਾਰਟੀ ਦਾ, ਚਾਹੇ ਅਕਾਲੀ ਹੈ, ਚਾਹੇ ਆਪ ਦਾ, ਕੋਈ ਜਿਹੜਾ ਗਲਤ ਹੈ, ਜਿਹਦੀ ਬੈਕਗਰਾਊਂਡ ਸਮਗਲਿੰਗ ਦੀ ਹੈ, ਜਿਹਦੇ ਕੋਲ ਲੁੱਟ ਦਾ ਪੈਸਾ ਹੈ, ਔਰ ਇਹ ਪ੍ਰੋਫੈਸ਼ਨਲ ਹੈ, ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਬਾਂ ਲੈ ਕੇ, ਪੈਸੇ ਲੈ ਕੇ ਵੋਟਾਂ ਨਾ ਪਾਉਣ। ਠੀਕ ਹੈ, ਹੁਣ ਉਹ ਪਛਤਾਉਂਦੇ ਨੇ। ਜਦੋਂ ਤੁਸੀਂ ਲੋਕ ਇਹੋ ਜਿਹੇ ਬੰਦਿਆਂ ਨੂੰ ਚੁਣੋਗੇ ਤਾਂ ਤੁਸੀਂ ਉਹਨਾਂ ਤੇ ਉਮੀਦ ਨਾ ਕਰੋ। ਪਰ ਦੁੱਲੋ ਸਾਹਿਬ, ਪਾਰਟੀ ਟਿਕਟ ਦਿੰਦੀ ਹੈ, ਲੋਕ ਕੀ ਕਰਨ? ਉਹ ਉਮੀਦ ਨਾ ਕਰੋ ਪੰਜਾਬ ਦੀ ਜਨਤਾ ਨੂੰ। ਉਹਨਾਂ ਨੂੰ ਚਾਹੀਦਾ ਚੰਗੇ ਅਕਸ਼ ਵਾਲੇ, ਜਿਹੜੇ ਲੋਕਾਂ ਦੀ ਥੋੜੇ ਵਿੱਚ ਵਿਚਰਨੇ ਵਾਲੇ, ਜਿਹੜੇ ਛਤਰੀ ਰਾਹੀਂ, ਪੈਰਾਟਰੂਪਰ ਰਾਹੀਂ ਆਏ ਨੇ, ਜਾਂ ਅਫਸਰ ਜਿਹੜੇ ਪਹਿਲਾਂ ਲੁੱਟਦੇ ਰਹੇ ਨੇ, ਫਿਰ ਟਿਕਟਾਂ ਮੈਨੇਜ ਕਰਕੇ ਲੈ ਜਾਂਦੇ ਨੇ ਪੈਸੇ ਨਾਲ, ਉਹ ਜਿਹੇ MLA ਬਣਾਓਗੇ ਤਾਂ ਪਛਤਾਓਗੇ। ਅੱਛਾ, ਇੱਕ ਹੋਰ, ਕੇਰਾ 2 ਬੋਤਲਾਂ ਲੈ ਕੇ, 1000 ਰੁਪਈਆ ਲੈ ਕੇ, ਭੁੱਕੀ ਸਿਰ ਲੈ ਕੇ, ਫੀਮ ਲੈ ਕੇ ਵੋਟ ਪਾਤੀ, ਸਾੜੀਆਂ ਲੈ ਕੇ, ਕੱਪੜੇ ਲੈ ਲਏ, ਇਹਨਾਂ ਨਾਲ ਜਦੋਂ ਵੋਟਾਂ ਪਾਓਗੇ ਫਿਰ ਸਾਰੀ ਉਮਰ ਪਛਤਾਓਗੇ। ਇਸ ਲਈ ਮੈਂ ਅਪੀਲ ਕਰਾਂਗਾ ਜਨਤਾ ਨੂੰ ਵੀ, ਚੰਗੇ ਬੰਦੇ, ਚਾਹੇ ਉਹ ਕਿਸੇ ਪਾਰਟੀ ਦਾ ਹੋ, ਜਿਹੜਾ ਵਧੀਆ ਹੈ, ਜਿਹਦਾ ਨਾਂ ਹੈ, ਜਿਹੜਾ ਸੋਸ਼ਲ ਵਰਕਰ ਹੈ, ਲੋਕਾਂ 'ਚ ਪਿਆਰ ਹੈ, ਲੋਕਾਂ ਦੀ ਸੇਵਾ ਕਰਦਾ, ਗਰੀਬਾਂ ਦੀ ਮਦਦ ਕਰਦਾ ਹੈ, ਇਹੋ ਜਿਹੇ ਲੋਕਾਂ ਨੂੰ ਚੁਣੋ। ਚਲੋ, ਬਹੁਤ ਧੰਨਵਾਦ ਸ਼ਮਸ਼ੇਰ ਸਿੰਘ ਦੂਲੋਂ ਜੀ ਸਮਾਂ ਦੇਣ ਦੇ ਲਈ। ਸੋ ਸ਼ਮਸ਼ੇਰ ਸਿੰਘ ਦੂਲੋਂ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਹੈ, ਬੇਬਾਕੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ, ਤੇ ਜਿਹੜੇ ਮੁੱਦੇ ਨੇ, ਚਾਹੇ ਉਹ ਆਪ ਖੁਦ ਕਾਂਗਰਸ ਦੇ ਵੱਡੇ ਲੀਡਰ ਨੇ, ਰਾਜ ਸਭਾ ਮੈਂਬਰ ਨੇ, ਸਾਬਕਾ ਪ੍ਰਧਾਨ ਨੇ,
MP MLA ਰਹਿ ਚੁੱਕੇ ਨੇ, ਪਰ ਇਸ ਦੇ ਬਾਵਜੂਦ ਉਹਨਾਂ ਨੇ ਬੇਬਾਕੀ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਜੋ ਕਾਂਗਰਸ ਸਰਕਾਰ ਦੇ ਵਿੱਚ ਗਲਤ ਹੋ ਰਿਹਾ ਉਹ ਆਵਾਜ਼ ਆਪਣੀ ਬੁਲੰਦ ਕਰਦੇ ਰਹਿਣਗੇ। ਉਹਨਾਂ ਨੇ ਬਾਕੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਡਰਨ ਨਾ, ਉਹ ਖੁੱਲ੍ਹ ਕੇ ਬੋਲਣ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਇਹਨਾਂ ਗੱਲਾਂ ਨੂੰ ਲੈ ਕੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ। ਫਿਲਹਾਲ ਕੈਮਰਾਮੈਨ ਪਰਵਿੰਦਰ ਅਤੇ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।